किते मेल वे करी किते मेल मौला करी किते लो जी सत श्री अकाल जी। अगला ब्लॉग लैके तुहाडे कोले आ रहे हैं। एक्चुअली साडे मित्र साडा थोड़ा जिहा प्लान बनिया सीगा भी आपां करतारपुर साहिब विजिट करके आईए, पाकिस्तान विच गुरुद्वारे नूं देख के आईए। उत्थों दा असीं सारा प्रोसैस तुहानूं दिखावांगे भी किवें पहलां रजिस्ट्रेशन करनी आ, फिर तुहानूं सारा कमेडी ना करो, ठीक है। सारा असीं तुहानूं प्रोसैस दिखावांगे भी किदां किदां तुसीं रजिस्ट्रेशन करनी है, फिर गां की स्टैप आ ਤੇ ਫਿਰ ਤੁਹਾਨੂੰ ਇੱਥੇ ਲੈ ਕੇ ਵੀ ਜਾਵਾਂਗੇ ਨਾਲ। ਸਾਰਾ ਕੁਝ ਬਲੌਗ ਦੇ ਵਿੱਚ ਆਪਾਂ ਕਵਰ ਕਰਾਂਗੇ, ਠੀਕ ਹੈ ਜੀ। ਚਲੋ ਦੇਖੋ ਸਰ ਨੂੰ ਪਹਿਲਾਂ ਕੀ ਪ੍ਰੋਸੈਸ ਆ ਤੁਹਾਡਾ, ਠੀਕ ਹੈ ਜੀ। ਅੱਜ ਸਰ ਨੂੰ ਫਸਟ ਸਟੈਪ ਆ ਤੁਸੀਂ ਰਜਿਸਟ੍ਰੇਸ਼ਨ ਕਰਨੀ ਆ। ਜਿਹੜੀ ਉਹਨਾਂ ਦੀ ਵੈਬਸਾਈਟ ਆ ਆਪਣੀ ਕਰਤਾਰਪੁਰ ਕੋਰੀਡੋਰ ਦੀ ਵੈਬਸਾਈਟ ਬਣਾਈ ਹੋਈ ਅਫੀਸ਼ੀਅਲ ਗਵਰਨਮੈਂਟ ਦੀ, ਤੁਸੀਂ ਉਹ ਵੈਬਸਾਈਟ ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਆ। ਸਾਡਾ ਵੱਡਾ ਵੀਰ ਅਰਸ਼ਦੀਪ ਸਿੰਘ ਰਜਿਸਟ੍ਰੇਸ਼ਨ ਕਰ ਰਿਹਾ, ਸਾਡੇ 4 ਬੰਦਿਆਂ ਦੀ ਰਜਿਸਟ੍ਰੇਸ਼ਨ ਹੋਊਗੀ ਤੇ ਉਹ ਤੁਹਾਨੂੰ ਦੱਸੂਗਾ ਵੀ ਕਿਹੜੀ ਵੈਬਸਾਈਟ ਆ ਤੇ ਕਿੱਦਾਂ ਤੁਸੀਂ ਰਜਿਸਟ੍ਰੇਸ਼ਨ ਕਰਨੀ ਆ, ਠੀਕ ਹੈ ਜੀ। ਹਾਂਜੀ ਵੀਰੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਹਾਨੂੰ ਰਵੀ ਪੂਨੀਆ ਜੀ ਨੇ ਦੱਸਿਆ ਹੈਗਾ ਕਿ ਆਪਣਾ ਪ੍ਰੋਗਰਾਮ ਬਣ ਰਿਹਾ ਜੀ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਦਰਸ਼ਨ ਕਰਨ ਦਾ, ਤਾਂ ਉਹਦੇ ਸਿਲਸਿਲੇ ਦੇ ਵਿੱਚ ਆਪਾਂ ਨੂੰ ਪਹਿਲਾਂ ਆਨਲਾਈਨ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਹੈਗੀ ਆ, ਉਹਦੇ ਤੇ ਤੁਸੀਂ ਲੌਗਇਨ ਕਰਨਾ ਹੈਗਾ, ਜਿਹਦਾ ਨਾਮ ਹੈਗਾ ਜੀ prakashpurb550.mh.gov.in। ਇਹਦੇ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਕਰ ਸਕਦੇ ਹੋ। ਤੁਹਾਡੇ ਕੋਲ ਜਿਹੜਾ ਜ਼ਰੂਰੀ ਡਾਕੂਮੈਂਟ ਹੈਗਾ ਉਹ ਪਾਸਪੋਰਟ ਹੋਣਾ ਜ਼ਰੂਰੀ ਹੈ। ਸੋ ਜਿਹਦੇ ਕੋਲੇ ਪਾਸਪੋਰਟ ਹੈਗਾ ਉਹ ਸਾਰੇ ਜਾਣੇ ਇਹਦੇ ਤੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਆ। ਇਹ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਆਪਾਂ ਅੱਗੇ ਕੀ ਹੋਰ ਜਿਹੜੀਆਂ ਫਾਰਮੈਲਿਟੀਜ਼ ਹੋਣੀਆਂ ਨੇ, ਠੀਕ ਹੈ ਜੀ। ਤਾਂ ਮੀਨ ਸਰ ਨੂੰ ਪਹਿਲਾਂ ਤੁਸੀਂ ਵੈਬਸਾਈਟ ਜਿਹੜੀ ਉਹਨਾਂ ਦੀ ਓਪਨ ਕਰਕੇ ਤੁਸੀਂ ਜਿੰਨੇ ਪਰਸਨ ਤੁਸੀਂ ਪਹਿਲਾਂ ਡੇਟ ਸਿਲੈਕਟ ਕਰਨੀ। ਡੇਟ ਸਿਲੈਕਟ ਕਰਕੇ ਜਦੋਂ ਤੁਸੀਂ ਕਰਨਾ ਚਾਹੋਗੇ ਆਪਦੀ ਜਰਨੀ, ਠੀਕ ਹੈ, ਉਹ ਡੇਟ ਸਿਲੈਕਟ ਕਰਕੇ ਤੁਸੀਂ ਆਪਣਾ ਫਾਰਮ ਫਿਲ ਕਰਨਾ, ਆਪਣੇ ਮਤਲਬ ਕਿ ਰਜਿਸਟ੍ਰੇਸ਼ਨ ਕਰਵਾਉਣੀ ਆ, ਠੀਕ ਹੈ। ਉਸ ਤੋਂ ਬਾਅਦ ਚੋਂ ਅਗਲਾ ਸਟੈਪ ਜਿਹੜਾ ਹੋਊਗਾ ਉਹ ਦੱਸਾਂਗੇ। RT-PCR ਰਿਪੋਰਟ ਤੁਹਾਨੂੰ ਨਹੀਂ ਪਤਾ ਮੈਂ ਕਿੰਨਾ ਔਖਾ ਹੋ ਕੇ ਆਇਆ, ਕਿਉਂਕਿ ਜਿਹੜੇ ਬੰਦੇ ਵਰਕਿੰਗ ਵਾਲੇ ਹੁੰਦੇ ਨਾ, ਡਿਊਟੀ ਵਾਲੇ, ਉਹਨਾਂ ਨੇ ਵਿੱਚੋਂ ਡਿਊਟੀ ਤੇ ਛੁੱਟੀ ਲੈ ਕੇ ਆਉਣਾ ਬਹੁਤ ਔਖਾ ਹੁੰਦਾ। ਤੇ ਆ ਨੱਕ 'ਚ ਮਾਰ ਕੇ ਸੂਈ ਜੀ ਅੱਖਾਂ 'ਚ ਪਾਣੀ ਕੱਢਤਾ। ਆਹੇ ਕਰਾਉਣੀ ਆ RT-PCR ਰਿਪੋਰਟ। ਆਹੀ ਕਹਿੰਦੇ ਆ ਗਈ ਰਿਪੋਰਟ, ਆ ਗਈ ਵੀਰੋ। ਆਹ ਬੰਦੇ ਨੇ ਤਾਂ ਕਹਿੰਦੇ ਆਨਲਾਈਨ ਹੀ ਕੱਢ ਲਈ ਹੈ, ਕਹਿੰਦੇ ਸ਼ਾਹਕੋਟ ਜਾਣਾ ਸੀਗਾ, ਇੱਧਰ ਯਾਰ ਤੇਰੇ ਦੀ ਸਿਵਲ ਹਸਪੀਟਲ 'ਚ ਰਿਪੋਰਟ ਆਈ ਹੈ। RT-PCR ਦੀ ਰਿਪੋਰਟ ਹੈ, ਨੈਗੇਟਿਵ ਆਇਆ ਹੈ, ਕਰੋਨਾ ਨੈਗੇਟਿਵ ਮੈਂ ਚੈੱਕ ਕਰ ਲਈ। ਮਿਤੀ ਹੈਗੀ ਆ 3 ਅਪ੍ਰੈਲ 2022। ਮੇਰੇ ਨਾਲ ਨੇ ਅਰਸ਼ਦੀਪ ਸਿੰਘ ਜੀ ਨਾਗੀ ਤੇ ਮੇਰੇ ਨਾਲ ਇੱਕ ਹੈਗੇ ਜਸਕਮਲ ਸਿੰਘ ਗਿੱਲ ਤੇ ਇੱਕ ਸੁਖਮਨਦੀਪ ਸਿੰਘ ਲਾਹੌਰ ਤੇ ਮੈਂ ਰਵੀ ਪੂਨੀਆ, ਠੀਕ ਹੈ ਜੀ। ਜਾ ਰਹੇ ਹਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਮੱਥਾ ਟੇਕਣ। ਲਓ ਜੀ ਹੁਣ ਅਸੀਂ ਸਲਾਮੀ ਦੇਣ ਜਾ ਰਹੇ ਹਾਂ, ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਲਓ ਜੀ ਰਵਾਨਗੀ ਹੋ ਗਈ ਹੈ। ਟਾਈਮ ਦੱਸਿਓ ਬੜਾ ਜਿਹਾ, ਟਾਈਮ ਦੱਸਿਓ। 6:30 ਮਿੰਟ ਹੋ ਗਏ ਆ, 6:30 ਪੂਰਾ 6:28 ਮਿੰਟ ਹੈ ਜੀ। ਤਰੀਕ ਹੈਗੀ ਹੈ 3 ਤਰੀਕ ਅਪ੍ਰੈਲ ਦਾ ਮਹੀਨਾ ਹੈ ਤੇ ਸਾਲ ਹੈਗਾ 2022। ਹੋਇਆ ਵਾ ਕਿੰਨਾ ਹੋਇਆ ਟਾਈਮ ਜੀ? ਓਹੋ ਕਿਹੜੀ ਦਾ ਭਲੇਖਾ ਪੈ ਗਿਆ। 7:24 ਮਿੰਟ 7:24 ਮਿੰਟ ਤੇ ਆਪਾਂ ਕਿਹਦੇ ਕੋਲੇ ਤੇਲ ਪਵਾ ਰਹੇ ਸੀ। ਹਾਂਜੀ ਹਰੀਕੇ ਦੇ ਕੋਲੇ। ਤਕਰੀਬਨ ਸਾਨੂੰ ਇੱਥੇ 2 ਘੰਟੇ ਦੀ ਜਿਹੜੀ ਸਾਡੀ ਡਰਾਈਵ ਰਹਿ ਚੁੱਕੀ ਆ। ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ। ਤੁਸੀਂ ਅੱਜ ਮੁੰਡੇ ਨੂੰ ਪਹਿਲੀ ਵਾਰੀ ਪੱਗ 'ਚ ਸ਼ਾਇਦ ਦੇਖਿਆ ਹੋਣਾ। ਮੈਂ ਦੇਖਿਆ ਹੋਊਗਾ ਸ਼ਾਇਦ। ਬੜਾ ਮੁੰਡੇ ਨੂੰ ਫੀਡਬੈਕ ਦਿਓ ਵੀ ਪੱਗ ਬੰਨਿਆ ਕਰੇ ਹੁਣ, ਚੰਗਾ ਜੀ। ਤੇ ਬਾਕੀ ਚੈਨਲ ਨੂੰ ਯਾਰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਜਿੱਦਾਂ ਤੁਸੀਂ ਸਾਡੇ ਨਾਲ ਜੁੜ ਕੇ ਵਲੌਗ ਦੇਖ ਸਕੋ ਨਵੀਆਂ ਥਾਵਾਂ ਤੇ। ਲਓ ਜੀ ਤੇਲ ਪਵਾ ਲਿਆ ਵਾ ਤੇ ਗੱਡੀ ਹਰੀਕੇ ਆ ਤੇ ਹੁਣ ਗਾਂ ਨੂੰ ਰਵਾਨਗੀ ਪਾਵਾਂਗੇ। ਇਹ ਕੀ ਕਰਿਆ ਜਾਂਦਾ ਤੁਸੀਂ? ਇਹ ਤਾਂ ਕੰਮ ਨਵੇੜਿਆ ਹੁੰਦਾ ਨਹੀਂ, ਉੱਥੇ ਯਾਰ ਵੇਟਿੰਗ ਸੀਗੀ, ਕਿਉਂ ਸੀਗੀ, ਤੇ ਫਿਰ ਮੈਂ ਕਿਹਾ ਆਪਾਂ ਨੂੰ ਸਮਾਂ ਲੱਗਣਾ। ਅੱਛਾ ਤੇ ਆਪਾਂ ਐਂ ਕਰਦੇ ਵੀ ਰਾਸਤੇ ਦੇ ਵਿੱਚ ਨਾ ਕਿਤੇ। ਅੱਛਾ ਉਹੀ ਪਿੰਡਾਂ ਵਾਲਾ ਕੰਮ। ਹਾਂਜੀ ਵੀਰੇ। ਯੈਸ ਬਾਊ ਆਪਾਂ ਆ ਗਏ ਆ ਤਰਨ ਬਾਊ। ਹਾਂਜੀ ਤੇ ਬਾਊ ਆਪਾਂ ਅੰਮ੍ਰਿਤਸਰ ਵਾਇਆ ਅੰਮ੍ਰਿਤਸਰ ਜਾਣਾ। ਠੀਕ ਹੈ ਜੀ। ਠੀਕ ਆ। ਤੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਬਹੁਤ ਸਾਰਾ ਪਿੰਡ ਆਪਾਂ ਤੈਅ ਕਰ ਲਿਆ। ਹਾਂਜੀ ਤੇ ਖੇਤੀ ਹੀ ਆਪਾਂ ਗੁਰੂ ਸਾਹਿਬ ਦੇ ਉੱਤੇ ਕਰਤਾਰਪੁਰ ਸਾਹਿਬ ਪਹੁੰਚ ਜਾਣਾ। ਠੀਕ ਹੈ। ਇਦਾਂ ਹੀ ਆਪਾਂ ਜਿਹੜੇ ਦਰਸ਼ਕ ਹੈਗੇ ਆ ਆਪਣੇ ਵੀਰ, ਉਹਨਾਂ ਨੂੰ ਰਾਹ ਵੀ ਦਿਖਾਵਾਂਗੇ ਤੇ ਬਾਕੀ ਵੀ ਸਾਰਾ ਕੁਝ ਕੋਸ਼ਿਸ਼ ਕਰਾਂਗੇ ਵੀ ਜਿੰਨਾ ਕੁਝ ਦਿਖਾ ਸਕੀਏ, ਠੀਕ ਹੈ ਵੀ। ਕਵੀ ਨਹੀਂ ਬਾਹੂ, ਕਵੀ ਨਹੀਂ ਬਾਊ, ਕਵੀ ਨਹੀਂ ਬਾਊ। ਕਿੱਦਣ ਕਹੋ ਪਿੰਡ ਨਹੀਂ ਬੋਲੀ, ਪਿੰਡ ਨਹੀਂ ਬੋਲੀ। ਰਹਿਣਾ ਉਮੀਦ ਜਿਵੇਂ ਅੱਗੇ ਸਹੀ ਜਿਵੇਂ ਅੱਗੇ ਸਹੀ। ਇਹ ਬੰਦਾ ਕਹਿੰਦਾ ਮੈਂ ਹੱਸ ਕੇ ਦੇਖਣਾ ਉੱਚੀ ਦੇ ਨੇ। ਚੱਲ ਹੁਣ ਵੀਰ ਬਸ ਕਿਉਂ ਨਹੀਂ ਯਾਰ ਆਏ ਪ੍ਰੋਫੈਸ਼ਨਲ ਐਕਟਰ ਹੈ ਯਾਰ। ਕਰੀ
ਲਓ ਜੀ 8:53 ਹੋ ਗਏ ਆ ਤੇ ਫਤਿਹਗੜ੍ਹ ਚੂੜੀਆਂ ਪਹੁੰਚ ਚੁੱਕੇ ਆ। ਜੇ ਕਿਸੇ ਨੇ ਚੂੜੀਆਂ ਮੰਗਾਉਣੀਆਂ ਹੋਣ ਤਾਂ ਦੱਸ ਦਿਓ ਸਾਨੂੰ। ਕੋਈ ਨਹੀਂ ਜੀ ਨਾ ਹਨਾ ਪਤਾ ਲੈ ਕੋਈ ਲੱਗਦੀ। ਲਓ ਜੀ ਸਵੇਰ ਦੀ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਜੀ। ਮੁੰਡੇ ਆਏ ਆ ਇੱਥੇ ਅੰਬਰਸਰੀ ਨਾਨ ਕੁਲਚੇ ਖਾਣ ਤੇ ਆ ਲੈ ਕੇ ਆਏ ਆ ਵੇਰਕਾ ਦੀ ਲੱਸੀ ਤੇ ਵੇਰਕਾ ਦਾ ਦਹੀਂ ਲੈ ਕੇ ਆਏ ਆ ਸਪੈਸ਼ਲ ਬਾਹਰੋਂ ਫੜ ਕੇ। ਜੁੱਤੀ ਲੱਗਦੀ ਜੁੱਤੀ ਵੀਰੇ। ਅੱਛਾ ਜੁੱਤੀ ਵੀ ਲੱਗਦੀ। ਫੇਰ ਵੇਲਾ ਬੰਦਾ ਤੁਰ ਕੇ ਕਿੱਥੇ ਕਿੱਥੇ ਗਿਆ। ਫਿਰ ਤੇਲ ਦਵਾਇਆ ਇਹਨਾਂ ਨੂੰ। ਹਾਂ ਠੀਕ ਕਰੇ ਚੀਕੂ ਮਟਿਆਰ ਦੀ ਇਹ ਵੀ ਮਟਿਆਰ ਨੇ ਤੇਲ ਵਧਾਇਆ। ਤੇ ਸਾਡੀ ਜੁੱਤੀ ਟਾਇਰ ਸੀ ਅਸਾਂ ਬੂਟ ਹੀ ਪਾਲੇ ਪਰ ਕਹਿੰਦੇ ਪਿਆ ਮੇ ਨਾਲ। अरे बटर कोई बटर नहीं होता, क्या होता है? बटर नहीं होता। अमूल दूध पीता है इंडिया। ਲੋ ਜੀ 9:22 ਹੋਏ ਆ ਤੇ ਫਤਿਹਗੜ੍ਹ ਚੂੜੀਆਂ ਤੋਂ ਖਾ ਕੇ ਪਰੌਂਠੇ ਅਸੀਂ ਆਲੂ ਵਾਲੇ ਵੇਰਕਾ ਦਾ ਦਹੀਂ ਲੱਸੀ। ਹਾਂ ਦਹੀਂ ਲੱਸੀ ਪੀ ਕੇ ਤੇ ਹੁਣ ਅਸੀਂ ਕਰਨ ਲੱਗੇ ਆ ਗਾਂ ਨੂੰ ਜਿਹੜੀ ਆਪਣਾ ਰਹਿੰਦਾ ਸਫ਼ਰ ਆ ਉਹਦੀ ਰਵਾਜ ਲਈ ਰਵਾਨਗੀ। ਚੰਦ ਥੋੜੇ ਮਿੰਟਾਂ ਦੇ ਵਿੱਚ ਅਸੀਂ ਹੁਣ ਪਹੁੰਚ ਜਾਣਾ ਦੀ ਸਫ਼ਰ ਤੇ ਆਜੋ ਚਲਦੇ ਹਾਂ। ਮਿੱਟ ਜਾਣ ਹੱਥਾਂ ਪੱਲੇ ਕੱਟੀ ਜਾਵੇ ਸ਼ੂਕਦੀ ਪਾਰਪੁਰ ਕੋਰੀਡੋਰ ਦੇ ਨੇੜ ਤੇ ਪਹੁੰਚ ਗਏ ਆ। ਆ ਲਓ ਜੀ ਇੱਥੋਂ ਅਸੀਂ ਗੱਡੀ ਲਈ ਘੁਮਾ। ਤੇ ਫਾਟਕ ਲੱਗੇ ਹੋਏ ਨੇ। ਬਟਾਲਾ ਪੁਲਿਸ ਲਿਖਿਆ ਉੱਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਹਿੰਦੇ। ਸ਼੍ਰੀ ਕਰਤਾਰਪੁਰ ਸਾਹਿਬ 8 ਕਿਲੋਮੀਟਰ ਦਾ ਜਿਹੜਾ ਇੱਥੇ ਲੱਗਿਆ ਹੋਇਆ ਬੋਰਡ ਤੇ ਉੱਪਰ ਗੇਟ ਤੁਸੀਂ ਦੇਖ ਸਕਦੇ ਆ। ਸ਼੍ਰੀ ਕਰਤਾਰਪੁਰ ਸਾਹਿਬ ਲੰਘ ਜੀ ਤੁਹਾਡਾ ਸਵਾਗਤ ਹੈ। ਇਹ ਸਾਰਾ ਨਹੀਂ ਕੁਝ ਉਹਦੇ ਨੂੰ ਕਹਿ ਬੱਬੂ ਇਹ ਸਾਰਾ ਜਿਹੜਾ ਇਹ ਸਿੱਧਾ 7 ਕਿਲੋਮੀਟਰ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦਾ ਰਸਤਾ ਇਹ ਕੋਰੀਡੋਰ ਦਾ ਪਾਰਟ ਆਪਾਂ ਕਹਿ ਸਕਦੇ ਆ ਇਹ ਚੀਜ਼ ਨੂੰ। ਧੰਨਵਾਦ ਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਦਰਸ਼ਨ ਦਿੱਤੇ ਹੈਗੇ ਆ। ਬਿਲਕੁਲ ਜੀ ਖੁੱਲੇ ਦੀਦਾਰ ਬਖਸ਼ੇ ਆ। ਅਸੀਂ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਅੱਗੇ ਵੀ ਜਿਹੜੇ ਸਾਡੇ ਹੋਰ ਵੀ ਗੁਰਧਾਮ ਹੈਗੇ ਆ ਉਹਨਾਂ ਦੇ ਦਰਸ਼ਨ ਆਪਾਂ ਨੂੰ ਇਸੇ ਤਰੀਕੇ ਖੁੱਲੇ ਮਿਲਣ। ਚਲੋ ਹੈਗਾ ਤਾਂ ਆਪਣਾ ਹਿੱਸਾ ਹੀ ਸੀਗਾ। ਅੱਜ ਵੀ ਆਪਦਾ ਹਿੱਸਾ ਮੰਨਦੇ ਆ। ਵਿਚਾਲੇ ਬਸ ਬਾਰਡਰ ਲੱਗ ਗਿਆ ਇੱਕ ਲਾਈਨ ਲੱਗ ਗਈ ਤੇ ਇੱਕ ਦੀਵਾਰ ਬਣ ਗਈ ਇੱਕ ਹਿਸਾਬ ਦੀ ਬਟ ਹੈ ਤਾਂ ਆਪਣਾ ਹੀ ਪਾਰਟ ਆ। ਉਹ ਆਪਣੇ ਲੋਕ ਆ ਉੱਥੇ ਆਪਣੀ ਬੋਲੀ ਆ ਉੱਥੇ ਆਪਣਾ ਹੀ ਮਤਲਬ ਕਿ ਪੰਜਾਬ ਆ ਤੇ ਵਧੀਆ ਚੀਜ਼ ਆ। ਚਲੋ ਦੇਖਾਂਗੇ ਉੱਥੇ ਦੇ ਲੋਕਾਂ ਨਾਲ ਮਿਲਾਂਗੇ ਗੱਲਬਾਤ ਕਰਾਂਗੇ। ਟਾਈਮ ਲੈਪਸ ਬੋਲੇ ਸੋ ਨਿਹਾਲ ਸ੍ਰੀ ਅਕਾਲ। ਸਾਰਾ ਰਸਤਾ ਜਿੰਨਾ ਕਿ ਕੋਰੀਡੋਰ ਦਾ ਰਸਤਾ ਹੈ ਸਾਰਾ ਬੜਾ ਘੈਂਟ ਸਜਾਇਆ ਗਿਆ ਤੇ ਵਧੀਆ ਲੱਗ ਰਿਹਾ। ਇੱਥੇ ਆਰਮੀ ਦੇਖੋ ਤੁਹਾਨੂੰ ਦਿਸ ਰਹੀ ਹੋਊਗੀ ਆਰਮੀ ਤੈਨਾਤ ਆ। ਚੈੱਕਅਪ ਕਰਦੇ ਆ ਮਾੜਾ ਜਿਹਾ ਚੈੱਕਅਪ ਕਰਾ ਲਈਏ। ਨਮਸਤੇ। ਅੱਜ ਹਾਂਜੀ ਹਾਂਜੀ ਉਹ ਗੱਡੀ ਫਾਇਰ ਉਧਰ ਚੈੱਕ ਲਓ ਜੀ ਆਰਮੀ ਵਾਲੇ ਪਰਸਨ ਨੇ ਦੱਸਿਆ ਸਾਨੂੰ ਕਿ ਇੱਥੇ ਤੁਸੀਂ ਜਿਹੜਾ ਪਹਿਲਾਂ ਗੇਟ ਬਣਿਆ ਹੋਇਆ ਮੇਨ ਇੱਥੇ ਆਪਣੇ ਜਿਹੜੇ ਸਾਡੇ ਫਾਰਮ ਆ ETA ਫਾਰਮ ਇਹਨਾਂ ਨੂੰ ਬੋਲਦੇ ਆ। ਇਹ ਉਹ ETA ਫਾਰਮ ਸਾਰੇ ਜਿਹੜੇ ਆ ਉਹ ਆਪਾਂ ਡਾਊਨਲੋਡ ਕਰਕੇ ਲਿਆਉਣੇ ਹੁੰਦੇ ਪ੍ਰਿੰਟ ਕਰਕੇ ਲਿਆਉਣੇ ਹੁੰਦੇ ਹਾਰਡ ਕਾਪੀ ਉਹ ਆਪਾਂ ਚੈੱਕ ਕਰਾਉਣੇ ਇੱਥੇ ਗੇਟ ਤੇ। ਉਹ ਸਾਡਾ ਜਿਹੜਾ ਕਲਰਕ ਵੀਰ ਆ ਸਾਡਾ ਹਰਦੀਪ ਸਿੰਘ ਤੇ ਉਹਨੇ ਇਹਨਾਂ ਨੂੰ ਰਿਸਪੌਂਸਿਬਿਲਿਟੀ ਦਿੱਤੀ ਸੀ ਤਿਆਰ ਕਰਨ ਦੀ। ਉਹ ਕਰ ਰਹੇ ਨੇ ਸਾਰਾ ਕੁਝ। ਮੁੰਡੇ ਪਹੁੰਚ ਗਏ ਹੁਣ ਇੱਥੇ ਕਿਹੜੇ ਫਾਰਮ ਚੈੱਕ ਹੋਣਗੇ? ETA ਫਾਰਮ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ETA ਇੱਥੇ ਖੜੇ ਹੋਏ ਹਨ। ਇਹਨਾਂ ਕੋਲ ਫਾਰਮ ਚੈੱਕ ਕਰਾਉਣੇ ਆ। ਲਓ ਵੀ ਨਮਸਤੇ ਸਰ। ਜੈ ਹਿੰਦ ਸਰ। ਜੈ ਹਿੰਦ ਜੀ। ਠੀਕ ਹੋ? ਲਓ ਜੀ ਪਾਸਪੋਰਟ ਓਰੀਜਨਲ ਸਰ ਦਿਓ ਵੀਰੇ ਬਲੈਕ ਕਿਟ ਬਣਾਈ ਨਹੀਂ ਉਸ ਇਹ ਜਿਹੜੇ ਪਾਸਪੋਰਟ ਸਾਡੇ ਅੱਜ ਕੰਮ ਆਉਣਗੇ ਜਦੋਂ ਦੇ ਬਣਾਏ ਆ। ਪਾਸਪੋਰਟ ਜੀ ਤੇ ਲੈ ਕੇ ਆਇਆ ਕਰੋ ਨਾਲ। ਲਓ ਜੀ ਅਰਸ਼ਦੀਪ ਸਿੰਘ ਗੇਟ ਖੋਲਤਾ ਹੀ ਹੈ ਪੂਣੀਆਂ ਦਾ ਪਾਸਪੋਰਟ ਦੇਖ ਲਓ। ਉਹ ਗੱਡੀ ਵਾਲੇ ਨੂੰ ਤਾਂ ਚੈੱਕ ਨਹੀਂ ਕੀਤਾ ਕਿ ਕਰ ਲਈ ਸਾਈਡ ਤੇ ਮੁਲਾਜ਼ਮ ਹੋਊਗਾ। ਅਸੀਂ ਆ ਦੇਖੋ ਜੀ ਆ ਗੇਟ ਦੇ ਵਿੱਚ ਅਸੀਂ ਐਂਟਰੀ ਕਰ ਲਈ ਆ। ਇਹ ਗੇਟ ਸੀਗਾ ਮੇਨ ਜਿਹੜਾ ਕਰਤਾਰਪੁਰ ਕੋਰੀਡੋਰ ਦਾ। ਇੱਥੇ ਉਹਨਾਂ ਨੇ ਸਿਰਫ ਸਾਡੇ ETA ਤੇ ਪਾਸਪੋਰਟ ਦੇਖਿਆ। ਉਸ ਤੋਂ ਬਾਅਦ ਦੇਖੋ ਗੱਲਬਾਤ ਇਹ ਇੱਕ ਵੀ ਇੱਟ ਨਹੀਂ ਲੱਗੀ ਜਾਂਦੀ ਇੱਥੇ। ਐਲੂਮੀਨੀਅਮ ਹੈ ਨਾ ਤੇਰੇ ਬਹੁਤ ਸੋਹਣਾ ਯਾਰ ਦੇਖੋ ਕਹਿ ਸਕਦੇ ਆਪਾਂ ਯਾਨੀ ਕਿ ਏਰੀਆ ਬਣਿਆ ਹੋਇਆ ਵਾ। ਹੋਰ ਹੀ ਬਸ ਸਮਝ ਉਹ ਲਿਆਏ ਮੈਨੂੰ ਲੱਗਦਾ ਹੈ। ਆ ਦੇਖੋ ਤੁਸੀਂ ਇੱਥੋਂ ਦੀ ਐਂਟਰ ਕਰਨਾ ਜੀ। ਕਿਦਨ ਕਹੋ ਉਹ ਆਰਮੀ ਵਾਲੇ
ਕਰ ਰਹੇ ਗਾਈਡ ਵੀ ਇੱਥੋਂ ਤੁਸੀਂ ਗੱਡੀ ਇੱਧਰ ਨੂੰ ਲਾਉਣੀ ਹੈ। ਜੈ ਹਿੰਦ ਜਨਾਬ, ਜੈ ਹਿੰਦ ਜਨਾਬ। ਤੇ ਇੱਥੇ ਸਾਰੀ ਪਾਰਕਿੰਗ ਆ, ਤੁਸੀਂ ਆਪਣੀ ਗੱਡੀ ਇੱਥੇ ਪਾਰਕ ਕਰਕੇ ਅੱਗੇ ਜਾਓਗੇ। ਸਕੁਐਡ ਡੌਗ ਫਿਰਦੇ ਨਾਲ ਹਾਂ ਸਪੌਟ ਵਾਲੇ ਹਾਂਜੀ, ਸਮਝ ਸਾਰੀ ਪਾਰਕਿੰਗ ਆ ਇੱਥੇ। ਇਹ ਕਰਤਾਰਪੁਰ ਕੋਰੀਡੋਰ ਤੇ ਜਿਹੜੀ ਮਤਲਬ ਕਿ ਪਾਰਕਿੰਗ ਬਣੀ ਹੋਈ ਆ, ਇਹ ਉਹ ਆ ਸਾਰੀ। ਬਹੁਤ ਸਾਫ ਸਫਾਈ ਵਾਲਾ ਏਰੀਆ। ਤੇ ਇੱਥੇ ਫਲੈਗ ਜਿਹੜਾ ਬਹੁਤ ਵਧੀਆ ਕਰਕੇ ਜਿਵੇਂ ਬਾਰਡਰ ਤੇ ਲੱਗਾ ਹੁੰਦਾ ਉੱਦਾਂ ਲਾਇਆ ਹੋਇਆ। ਤੇ ਬਹੁਤ ਗੱਡੀਆਂ ਗੁੱਡੀਆਂ ਖੜੀਆਂ ਹੋਈਆਂ। ਸਾਡੇ ਪਿੰਡ ਹੋਰ ਵੀ ਬੱਥੇ ਬਹੁਤ ਪਰਸਨ ਆਏ ਹੋਏ ਆ। ਤੇ ਆ ਸਾਰੇ ਇੱਥੇ ਆਰਮੀ ਵਾਲੇ ਡਿਊਟੀ ਦੇ ਰਹੇ ਆ। ਤੇ ਉਹ ਦੇਖੋ ਬਹੁਤ ਸੋਹਣਾ ਚੀਜ਼ ਬਣੀ ਆ। ਚੱਲਦੇ ਆਪਾਂ ਅੱਗਾ। ਠੀਕ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ ਇਹ ਮਤਲਬ ਡਿਪਾਰਟਮੈਂਟ? ਇਹਦੀ ਪਹਿਲਾਂ ਤਾਂ ਇਨਫੋ ਲੈਣੇ ਆ, ਥੋੜੀ ਜਿਹੀ ਇਨਫੋ ਲੈਣੀ ਆ। ਜਿਹੜੀ ਕਰਤਾਰਪੁਰ ਸਾਹਿਬ ਕੋਰੀਡੋਰ ICP ਡੇਰਾ ਬਾਬਾ ਨਾਨਕ ਵਾਹਿਗੁਰੂ। ਸੋ ਇੱਥੇ ਦੇਖੋ ਉਹਦੇ ਕੁਰਸੀ ਵਗੈਰਾ ਦਿੱਤੀਆਂ। ਹਾਂਜੀ, ਜੇ ਅਲਾਉਡ ਹੋਇਆ ਉੱਥੇ ਵੀਡੀਓ ਬਣਾਉਣਾ ਤਾਂ ਫਿਰ ਤਾਂ ਅਸੀਂ ਪੂਰਾ ਪ੍ਰੋਸੈਸ ਦਿਖਾਵਾਂਗੇ। ਵੀ ਇਹਨਾਂ ਤੁਹਾਨੂੰ ਦਿਖਾਤਾ ਵੀ ਅਸੀਂ ਉਹ ਪਾਰਕਿੰਗ 'ਚ ਆਏ ਹਾਂ, ਉੱਥੇ ਗੱਡੀ ਲਾ ਕੇ। ਤੇ ਬਹੁਤ ਸੋਹਣਾ ਫੀਲਿੰਗ ਆ ਰਹੀ ਇੱਥੇ, ਬਹੁਤ ਸਾਫ਼ ਏਰੀਆ। ਤੇ ਇਹ ਆ ਜੀ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ। ਉੱਥੇ ਜਾ ਕੇ ਸਾਰਾ ਪ੍ਰੋਸੈਸਿੰਗ ਹੋਊਗਾ। ਇੱਕ ਵਾਰੀ ਗੇਟ ਤੇ ਸਾਡੇ ETA ਤੇ ਪਾਸਪੋਰਟ ਤਾਂ ਇਹਨਾਂ ਨੇ ਵੈਰੀਫਿਕੇਸ਼ਨ ਕਰ ਲਿਆ। ਉਦੋਂ ਗਾਂਹ ਜਾ ਕੇ ਵੀ ਹੁਣ ਇੱਥੇ ਹੋਊ ਜੋ ਵੀ ਕਾਰਵਾਈ ਪ੍ਰੋਸੈਸ ਉਹ ਤੁਹਾਨੂੰ ਦਿਖਾ ਦਾਂਗੇ। ਜੇ ਉੱਥੇ ਅਲਾਉਡ ਹੋਇਆ ਤਾਂ ਵੀਡੀਓ ਬਣਾਉਣਾ। ਠੀਕ ਹੈ ਜੀ, ਚਲੋ। ਇਸ ਭੁੰਡੇ 'ਚ ਬੈਠ ਕੇ ਤੁਹਾਨੂੰ ਕੀ ਨੌਲੇਜ ਆ ਰਹੀ ਹੈ? ਕੀ ਮਤਲਬ ਸਾਨੂੰ ਨੌਲੇਜ ਆ ਰਹੀ ਵੀ ਇੰਡੀਅਨ ਗਵਰਨਮੈਂਟ ਦਾ, ਪਾਕਿਸਤਾਨ ਗਵਰਨਮੈਂਟ ਦਾ ਜਿੰਨਾ ਦਾ ਵੀ ਐਫਰਟ ਆ, ਬਹੁਤ ਸੋਹਣਾ ਐਫਰਟ ਆ। ਤੇ ਬਾਕੀ ਇਹ ਦੇਖੋ 에ਅਰਪੋਰਟ ਤੋਂ ਸਾਨੂੰ 에ਅਰਪੋਰਟ ਦੇ ਫੀਲਿੰਗ ਤਾਂ 에ਅਰਪੋਰਟ ਵਾਲੀ ਆਉਂਦੀ ਹੈ। ਬਾਰਡਰ ਤੋਂ ਸਾਨੂੰ ਭੁੰਡੀ ਕਰਾ ਕੇ ਦਿੱਤੀ ਉਹਨਾਂ ਨੇ। ਤੇ ਕਹਿੰਦੇ ਸਾਨੂੰ ਛੱਡ ਕੇ ਆਵਾਂਗੇ ਜ਼ੀਰੋ ਲੈਂਡ ਤੇ। ਭਾਈ ਜਿਹੜੀ ਉਹ ਕਾਫੀ ਪਈ ਨਾ, ਹਾਂ ਵੈਰੀ ਟੇਸਟੀ। ਉਹ ਵੀ ਉਹ NGO ਵੱਲੋਂ ਸੀਗਾ ਇੱਥੇ ਲੰਗਰ। ਅੱਛਾ, ਉਹ ਮੈਨੂੰ ਪੁੱਛਿਆ ਸੀ ਮੈਂ ਸਿਸਟਰ ਨੂੰ, ਉਹ ਕਹਿੰਦੀ NGO ਵੱਲੋਂ ਇਹ ਲੰਗਰ ਲਵਾਇਆ ਗਿਆ। ਚਾਹ ਉੱਥੇ ਪਿਆਉਂਦੇ ਸਪੈਸ਼ਲ ਚਾਹ ਤੇ ਕਾਫੀ। ਤੇ ਆ ਜ਼ੀਰੋ ਲਾਈਨ ਤੋਂ ਬਾਅਦ ਚੋਂ ਬੰਦ ਕਰ। ਲਓ ਜੀ, ਆਹ ਵਾ ਲੈਣ ਬਾਰਡਰ ਦੀ। ਵੀਡੀਓ ਬਣਾ ਦੀ ਯਾਰ ਮੇਰੇ ਤੇ। ਉਹ ਖੜਾ ਸਾਹਮਣੇ ਬਾਰਡਰ ਤੇ, ਉਹ ਪਰਲਾ ਪਾਸ ਪਾਕਿਸਤਾਨ। ਅਰਸ਼ ਲਊਗਾ ਹਾਂ ਮੱਥਾ ਟੇਕ ਕੇ ਜਾਣਾ, ਵੀਡੀਓ ਬਣਾਣੀ ਜੀ। ਆਹ ਹੈਗਾ ਇੰਡੀਆ ਤੇ ਉਹ ਹੈਗਾ ਪਾਕਿਸਤਾਨ। ਸਿਰਫ ਆ ਗੇਟ ਦਾ ਫਰਕ ਹੈ। ਪਹੁੰਚ ਚੁੱਕੇ ਆ ਬਾਰਡਰ ਤੇ। ਪੈਪ ਪਾਣੀ ਵਾਲੀ ਪਈ ਆ ਵਿਚਾਲੇ। ਆ ਦੇਖੋ ਜੀ, ਆਹ ਇੰਡੀਆ ਤੇ ਆਪਾਂ ਪਾਕਿਸਤਾਨ ਐਂਟਰ ਕਰਨ ਲੱਗੇ ਆ। ਆਜੋ। ਫੀਲਿੰਗਾਂ ਤਾਂ ਉਹੀ ਰਹਿਣਗੀਆਂ ਕਿਉਂਕਿ ਆਪਣੇ ਪੰਜਾਬ ਆਪਣੀ ਪਾਰਟ ਆ। ਸਾਡਾ ਵੀਰ ਮੱਥਾ ਟੇਕ ਰਿਹਾ, ਮੱਥਾ ਹੀ ਟੇਕਣਾ। ਵਾਹਿਗੁਰੂ। ਆਹ ਬਾਰਡਰ ਲੈਣਾ ਜੀ, ਦੇਖ ਲਓ ਬਾਰਡਰ ਲੈਣ। ਆਜੋ ਆਜੋ ਆਜੋ। ਸਾਹਮਣੇ ਵੀਰਾ ਖੜਾ ਆਪਾਂ ਨੂੰ ਲਿਆਉਣ ਲਈ। ਇੱਕ ਭੁੰਡੀ ਉੱਥੇ ਵੀ ਖੜੀ ਆ। ਵਾਹਿਗੁਰੂ। ਹੁਣ ਆਪਾਂ ਪਾਕਿਸਤਾਨ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਇਹ ਪਾਕਿਸਤਾਨ ਆਰਮੀ ਖੜੀ ਆ ਇੱਥੇ, ਦੇਖੋ। ਹੈਲੋ ਜੀ। ਫੀਲਿੰਗ ਦੇਖੋ ਜੀ, ਉਹ ਗੇਟ ਤੋਂ ਭੁੰਡੀ ਇੱਥੇ ਵੀ ਅਵੇਲੇਬਲ ਸੀਗੀ। ਹਾਂਜੀ, ਵੀਡੀਓ ਬਣਾ ਸਕਦੇ ਹੋ? पिक्चर बना सकते हैं। हाँ जी, हाँ जी। क्या नाम है सर आपका? ਅੰਦਰ ਵੀ ਮੈਨੂੰ ਬਣਾ ਭਾਵੇਂ ਤੂੰ ਲਾ ਜੀ। बनाई चलो बनाई। ਜੀ ਇਹਦੇ हाँ जी, ब्रिज बन रहा है ना। ਠੀਕ ਹੈ, ਠੀਕ ਹੈ। ब्रिज थल्ले बन गया, उससे वजन पाक चेक कर 60 टन वजन पाना हो जाते ना। ओके, ओके, ओके। वजन पाक चेक कर रहे हैं कि मतलब नहीं करता या ਪਾਕਿਸਤਾਨੀ मारता ਜ਼ੀਰੋ ਲੈਂਡ ਤੋਂ ਅਸੀਂ ਐਂਟਰ ਹੋ ਗਏ ਆ। है चेक ला के उससे वजन पा रहे हैं। ਅੱਛਾ ਅੱਛਾ। ਭਾਈ ਜਾਨ, ਤੁਹਾਡਾ ਨਾਮ ਕੀ ਹੈ ਜੀ? ਨਕੀਰ ਖਾਨ। ਕਿੱਥੋਂ ਬਾਈ ਜੀ? ਕਿਹੜੀ ਡਿਸਟ੍ਰਿਕਟ ਪੈਂਦੀ ਤੁਹਾਨੂੰ? जिला नारोवाल तहसील शकरगढ़। ਠੀਕ ਹੈ, ਅਸੀਂ ਵੀ ਪਿੱਛੋਂ ਲਾਹੌਰ ਤੋਂ ਸੀਗੇ ਜੀ, अच्छा 1947 ਵੇਲੇ ਦੇ। यही पिछले जिला गुरदासपुर पिंड छलियां तो भी। ਠੀਕ ਹੈ ਜੀ। ਮਤਲਬ ਕਿ ਬੜਾ ਮਨ ਭਾਵਕ ਜਿਹਾ ਹੋ ਗਿਆ ਜੀ ਵੇਖ ਕੇ। 47 ਵੇਲੇ ਦਾਦੇ ਗਏ ਸੀਗੇ ਤੇ ਅੱਜ ਅਸੀਂ ਆਏ ਆ ਬਹੁਤ ਲੰਮੇ ਟਾਈਮ ਬਾਅਦ। लंबे टाइम बाद ਇਹਦੇ ਤੇ ਕਿ ਬਹਾਨੇ ਨਾਲ ਆਏ ਦੇ ਸਾਹਮਣੇ ਵੀ ਨਹੀਂ। ਅਸੀਂ ਤਾਂ ਵੀਰੇ ਇਹੀ ਬੇਨਤੀ ਕਰਦੇ ਹਾਂ ਕਿਉਂਕਿ ਆਪਾਂ ਭਰਾਵਾਂ ਵਾਂਗੂ ਰਹਿੰਦੇ ਹਨਾ। ਸਹੀ ਗੱਲ ਹੈ। ਤੇ ਇਹ ਸਰਕਾਰਾਂ ਲੈਵਲ ਤੇ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਵੱਖਰੇ ਕਰ ਦਿੱਤਾ। ਬਾਕੀ ਨਾ ਉਹ ਇਹਨਾਂ ਦੇ ਲੋਕਾਂ ਦੀ ਸੋਚ ਵੀ ਉਵੇਂ ਦੀ ਹੋ ਗਈ ਵੀ ਉਹ ਯਾਨੀ ਕਿ ਆਪਦੇ ਆਪ ਨੂੰ ਅਮੀ ਦਿਮਾਗ 'ਚ ਇਮੇਜ ਉਵੇਂ ਜੀ ਬਣੀ ਪਈ ਆ ਵੀ ਨਹੀਂ ਉਹ ਹੋਰ ਆ, ਆਪਾਂ ਹੋਰ ਆ। ਪਰ ਗੱਲ ਇਹੀ ਆ ਵੀ ਬੰਦੇ ਦਾ ਆਪਣੀ ਆ। ਦਾਣੇ ਨਾ ਕੇ ਵਕੇੜੇ ਪਾ ਦੇ ਪੰਜਾਬ ਦੇ ਵੱਖਰੇ ਹੋਣਾ ਹੀ ਨਹੀਂ ਜਾਂਦਾ। ਆ ਵੱਡੇ ਵੱਡੇ ਪੰਜਾਬ ਗਿਆ ਨਾ। ਹਾਂਜੀ, ਵੱਡੇ ਹੋਰ ਤਾਂ ਫਰਕ ਕਿਸੇ ਨੂੰ ਪਿਆ ਹੀ ਨਹੀਂ। ਹੋਰ ਕਿਸੇ ਨੂੰ ਵੀ ਨਹੀਂ ਫਰਕ ਪਿਆ। ਪੰਜਾਬ ਅਸਲ ਜੋ ਘੁੰਮਦਾ ਜਾਂਦਾ ਜੀ, ਅਗਰ ਪੰਜਾਬ ਦੇ ਮੁਸਲਮਾਨ ਕਰੇ ਨਾ ਤੇ ਬਾਕੀ ਖਤਰਾ ਇਹਨਾਂ ਨੂੰ। ਬਿਲਕੁਲ ਬਿਲਕੁਲ। ਠੀਕ ਹੈ ਨਾ, ਇਹਨਾਂ ਵੱਡੇ ਪੰਜਾਬ ਆ, ਹੋਰ ਕੀ ਵੰਡਿਆ ਕੁਝ ਨਹੀਂ ਵੰਡਿਆ। ਮੁੰਡਿਆਂ ਦਾ ਪੰਜਾਬ। ਲਓ ਜੀ, ਪਾਕਿਸਤਾਨ ਦੀ ਧਰਤੀ ਤੇ ਆ ਤੇ ਆ ਉਹਨਾਂ ਦਾ ਮਤਲਬ ਕਿ ਫਲੈਗ ਦਿਖ ਰਿਹਾ। ਤੇ ਇੱਕ ਇੱਥੇ ਗੇਟ ਤੇ ਸਾਡੇ ਮਾੜੇ ਜਿਹੇ ਕਾਗਜ਼ ਪੱਤਰ ਦੀ ਚੈੱਕ ਕਰਦੇ ਆ। ਠੀਕ ਆ ਜੀ, ਦੇਖੋ ਪਾਕਿਸਤਾਨ ਦੀ ਧਰਤੀ। ਵਾਹ, ਕੀ ਬਾਤ ਹੈ।
ਯਾਰ ਨਹੀਂ ਮੇਰਾ ਮਨ ਬਹੁਤ ਭਰਿਆ ਯਾਰ। ਕੀ ਯਾਰ ਫੀਲ ਹੋ ਰਿਹਾ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਆ ਕੇ? ਯਾਰ ਹੁਣ ਤਾਂ ਮੈਂ ਭਾਵੁਕ ਜਿਹਾ ਫੀਲ ਕਰ ਰਿਹਾ ਵੀਰੇ। ਮੈਨੂੰ ਇੱਧਰ ਤਾਂ ਦੇ ਲੋਕਾਂ ਨੂੰ ਆਪਾਂ ਮਿਲੇ ਨਾ, ਇੱਥੇ ਹੁੰਦੀ ਹੈ ਕਰੰਸੀ ਐਕਸਚੇਂਜ। ਤੁਸੀਂ ਜਦੋਂ ਆਓਗੇ ਕੋਈ ਸ਼ਾਪਿੰਗ ਕਰਨੀ ਹੈ ਜਾਂ ਇਮੀਗ੍ਰੇਸ਼ਨ ਫੀਸ ਦੇਣੀ ਆ ਕੁਝ ਵੀ, ਉਹ ਤੁਸੀਂ ਕਰੰਸੀ 'ਚ ਐਕਸਚੇਂਜ ਕਰ ਸਕਦੇ ਆ। ਇੱਥੇ ਨੈਸ਼ਨਲ ਬੈਂਕ ਆਫ ਪਾਕਿਸਤਾਨ, NBP ਐਕਸਚੇਂਜ ਕੰਪਨੀ, ਇਹ ਸਾਰਾ ਕੁਝ ਜਿਹੜੀਆਂ ਬਣੀਆਂ ਹੋਈਆਂ ਦੁਕਾਨਾਂ, ਤੁਸੀਂ ਕਰੰਸੀ ਐਕਸਚੇਂਜ ਕਰਾ ਲਓ, ਅਮਰੀਕਨ ਡਾਲਰ ਲੈ ਲਓ, ਪਾਕਿਸਤਾਨ ਡਾਲਰ ਲੈ ਲਓ, ਜੋ ਕੁਝ ਵੀ ਲਈ ਆ। ਠੀਕ ਆ ਭਾਈ ਜਾਨ, ਧੰਨਵਾਦ ਜੀ। ਇਹ 500 ਦੇ ਨੋਟ ਹੀ ਦੇਖਿਓ ਇੱਧਰ, ਆਪਾਂ 6000 ਰੁਪਇਆ ਦਿੱਤਾ ਸੀਗਾ ਤੇ 6000 ਦਾ 11000 ਰੁਪਇਆ ਬਣ ਗਿਆ। ਤੇ ਦੇਖੋ ਇਹ ਮਤਲਬ ਕਿ ਤੁਸੀਂ ਰਿਟਰਨ ਵੀ ਕਰ ਸਕਦੇ ਹੋ। ਤੁਸੀਂ ਜਿਵੇਂ ਹੁਣ ਲੈ ਕੇ ਜਾਂਦੇ ਆ ਤਾਂ ਆਪਣਾ ਨਹੀਂ ਤੁਹਾਡੀ ਉੱਥੇ ਯੂਜ਼ ਹੁੰਦੀ, ਵੱਧ ਜਾਂਦੇ ਆ, ਤੁਸੀਂ ਆਉਣ ਲੱਗਿਆ ਇੱਥੇ ਹੀ ਆਣ ਕੇ ਤੁਸੀਂ ਇਹਨੂੰ ਵਾਪਸ ਕਰ ਸਕਦੇ ਆ। ਠੀਕ ਹੈ ਜੀ, ਠੀਕ ਹੈ। ਮਤਲਬ ਇੱਥੋਂ ਜਦੋਂ ਆਪਾਂ ਆਉਂਦੇ ਆ ਇੰਡੀਆ ਤੋਂ, ਹਾਂਜੀ, ਪਹਿਲਾਂ ਆ ਕੇ ਖੱਬੇ ਪਾਸੇ ਕੀ ਹੁੰਦੀ ਆ? ਕਰੰਸੀ ਐਕਸਚੇਂਜ ਹੁੰਦੀ। ਫਿਰ ਆ ਕੇ ਆ ਜਾਂਦਾ ਤੁਹਾਡਾ ਸਾਰਾ ਇਮੀਗ੍ਰੇਸ਼ਨ ਦਾ ਏਰੀਆ। ਠੀਕ ਹੈ, ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਫਲੈਗ ਵੀ ਜਿਹੜਾ ਲੱਗਾ ਹੋਇਆ ਵਾ ਆਪਣਾ ਪਾਕਿਸਤਾਨ ਦਾ, ਜਿੱਦਾਂ ਆਪਾਂ ਤੁਹਾਨੂੰ ਇੰਡੀਆ ਦਾ ਦਿਖਾਇਆ ਸੀਗਾ। ਠੀਕ ਹੈ ਜੀ, ਤੇ ਪਾਰਕ ਵਗੈਰਾ ਬਹੁਤ ਸੋਹਣਾ ਬਣਿਆ ਹੋਇਆ, ਤੇ ਬਾਈ ਹੁਣੀ ਸਫਾਈ ਵੀ ਕਰੀ ਜਾਂਦੇ ਆ। ਮਤਲਬ ਯਾਰ ਸਿਸਟਮ ਤੇ এনवायरमेंट ਸਾਰਾ ਕੁਝ ਸੇਮ ਆ, ਬਸ ਸਮੇਂ ਦੀਆਂ ਹਕੂਮਤਾਂ ਕਹਿ ਲਓ ਜਾਂ ਸਮੇਂ ਦੀਆਂ ਸਰਕਾਰਾਂ ਕਹਿ ਲਓ ਕਿ ਆਪਣਾ ਵਿੱਚ ਜਿਹੜਾ ਪਾੜਾ ਪੈ ਗਿਆ। ਅਸਲ 'ਚ ਤਰਾਸਦੀ ਸਾਡੇ ਪੰਜਾਬ ਦੀ ਹੋਈ ਆ, ਤੇ ਸਾਡਾ ਪੰਜਾਬ ਹੀ ਵੰਡਿਆ ਗਿਆ। ਚਲੋ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਹੋਰ ਇਸੇ ਤਰੀਕੇ ਜਿਹੜੇ ਲਾਂਘੇ ਖੁੱਲ੍ਹਣ। ਸੋ ਇੱਧਰ ਵੀ ਜਦੋਂ ਆਪਾਂ ਇੱਧਰਲੇ ਬਸ਼ਿੰਦਿਆਂ ਨਾਲ ਗੱਲ ਕਰਦੇ ਆ ਤੇ ਉਹਨਾਂ ਦੀ ਜਿਹੜੀ ਭਾਵਨਾ ਹੈਗੀ ਆ, ਉਹ ਵੀ ਆਪਾਂ ਇਹੀ ਸਾਨੂੰ ਫੀਲ ਹੋਈ ਕਿ ਉਹ ਕਹਿੰਦੇ ਸਾਨੂੰ ਤਾਂ ਤੁਹਾਡੇ ਦੇਸ਼ ਦਾ ਵੀਜ਼ਾ ਵੀ ਨਹੀਂ ਮਿਲਦਾ। ਸੋ ਤੁਸੀਂ ਤਾਂ ਬਹੁਤ ਹੈ, ਉਹ ਕਹਿੰਦੇ ਆ ਵੀ ਆਪਦੇ ਅਸੀਂ ਤਾਂ ਤੁਹਾਨੂੰ ਫਿਰ ਵੀ ਲਾਂਘਾ ਤੁਹਾਨੂੰ ਮਿਲ ਗਿਆ ਸਾਡੀ ਸਰਕਾਰ ਵੱਲੋਂ, ਗਵਰਨਮੈਂਟ ਵੱਲੋਂ, ਤੇ ਸਾਨੂੰ ਤਾਂ ਤੁਹਾਡੀ ਸਰਕਾਰ ਵੱਲੋਂ ਵੀਜ਼ਾ ਵੀ ਨਹੀਂ ਮਿਲਦਾ। ਸੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਹੋ ਸਕਦਾ ਕਈ ਸਿਕਿਉਰਿਟੀ ਰੀਜ਼ਨ ਸਾਨੂੰ ਨਹੀਂ ਪਤਾ ਹੋਣਗੇ, ਕਾਨੂੰਨੀ ਲੈਵਲ ਤੇ ਕੀ ਕਮੀਆਂ ਪੇਸ਼ੀਆਂ ਨੇ ਉਹ ਸਾਨੂੰ ਨਹੀਂ ਪਤਾ ਹੋਣਗੀਆਂ, ਪਰ ਅਗਰ ਇਹ ਪੋਸੀਬਲ ਹੋ ਸਕਦਾ ਤਾਂ ਹੋਣਾ ਚਾਹੀਦਾ। ਦੋਨਾਂ ਦੇਸ਼ਾਂ ਦੇ ਵਿਚਾਲੇ ਜੋ ਨਾਗਰਿਕ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਆਪਸੀ ਆਦਾਨ ਪ੍ਰਦਾਨ ਹੋਣਾ ਚਾਹੀਦਾ। ਹਾਂ, ਆ ਜਾਓ ਬ੍ਰਦਰਹੁੱਡ ਫੀਸ ਜਮ੍ਹਾਂ ਕਰਾਓ। ਫੀਸਾਂ ਵਾਲਾ ਡਿਪਾਰਟਮੈਂਟ ਥੋੜਾ ਇੱਥੇ ਸੀ। ਆਪਾਂ ਬਾਹਲੀ ਗੱਲਾਂ 'ਚ ਭਾਵੁਕ ਹੋ ਗਏ ਸੀਗੇ, ਤੇ ਇੱਥੇ ਇਹ ਹੁਣ ਇਹ ਇੱਥੇ ਮੇਰੇ ਬਿਨਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਡਾਲਰ ਆ ਉਹ ਮੇਰੇ ਕੋਲੇ ਆ। ਹਾਂਜੀ, ਪਾਸਪੋਰਟ ਤੇ ਫੀਸ $20। ਅੱਛਾ ਦਵਾਂ ਮੈਂ ਦਵਾਂ। ਪਾਸਪੋਰਟ ਤੇ ਠੀਕ ਹੈ। ਇਹ ਪਰ ਹੈਡ ਜੀ $20 ਅਮਰੀਕਨ ਡਾਲਰ ਲੈਂਦੇ ਆ ਇਹ ਫੀਸ। $80। 4 ਬੰਦੇ $80। ਲਓ ਸਰ, ਇਹ ਜਿਹੜੇ ਅਮਰੀਕਨ ਡਾਲਰ ਆ ਇਹ ਅਸੀਂ ਨਾ ਕੱਲ ਮੋਗੇ ਤੋਂ ਹੀ ਮਾਰਕੀਟ ਤੋਂ ਚੇਂਜ ਕਰਵਾ ਲਏ ਸੀਗੇ ਕਿਉਂਕਿ ਸਾਨੂੰ ਇਹ ਸੀਗਾ ਵੀ ਉੱਥੇ ਮਹਿੰਗੇ ਨਾ ਵੇਚਣਾ ਤਾਂ ਡਾਲਰ ਨਹੀਂ ਚੱਲਦਾ। ਚਲੋ ਜੀ ਇਹਦਾ ਕਰ ਜਦੋਂ ਅਸੀਂ ਪਾਕਿਸਤਾਨ ਐਂਟਰ ਕੀਤੇ ਆ ਸਾਰੀ ਕਾਗਜ਼ੀ ਕਾਰਵਾਈ ਕਰਾ ਕੇ ਇਮੀਗ੍ਰੇਸ਼ਨ ਦੀ ਫੀਸ ਦੇ ਕੇ ਸਾਰੀ ਵੈਰੀਫਿਕੇਸ਼ਨ ਕਰਾ ਕੇ ਬਾਇਓਮੈਟ੍ਰਿਕ ਕਰਾ ਕੇ ਉਸ ਤੋਂ ਬਾਅਦ ਜਦੋਂ ਬਾਹਰ ਨਿਕਲੇ ਤੇ ਬੱਸ ਅਵੇਲੇਬਲ ਕਰਵਾਈ ਹੋਈ ਹੈ ਸਰਕਾਰ ਨੇ। ਠੀਕ ਹੈ ਜੀ, ਬੱਸ ਦੇ ਵਿੱਚ ਅਸੀਂ ਬੈਠ ਗਏ, ਬਹੁਤ ਵਧੀਆ ਚੰਡੀਗੜ੍ਹ ਟਾਈਪ ਬੱਸ ਆ, ਕਮੇਟੀ ਨਹੀਂ ਕਰਨੀ, ਚੰਡੀਗੜ੍ਹ ਟਾਈਪ ਬੱਸ ਆ। ਚੰਡੀਗੜ੍ਹ ਟਾਈਪ ਬੱਸ ਆ, ਚੰਡੀਗੜ੍ਹ ਟਾਈਪ ਬੱਸ ਹਾਂਜੀ, ਤੇ ਜਿਹੜੀ ਕਿ ਫੀਲਿੰਗ ਗੁੱਡ ਹੈ। ਤੇ ਹੁਣ ਅਸੀਂ ਚੱਲੇ ਆ ਸਿੱਧਾ ਕਿ ਬੱਸ ਦੇ ਵਿੱਚ ਹੀ ਜਾ ਰਹੇ ਹਾਂ। ਬੱਸ ਦੇ ਵਿੱਚ ਖੜੀ ਹੈ ਜੀ ਪਾਕਿਸਤਾਨ 'ਚ ਮੇਰੇ ਤਾਂ ਜੀਓ ਦੇ ਸਿਮ ਦੋਨੇ ਬੰਦ ਹੋ ਚੁੱਕੇ ਆ। ਫੜਾ ਦੇ ਯਾਰ, ਤੂੰ ਕੋਈ ਕੰਮ ਤਾਂ ਨਹੀਂ, ਫੜਾ ਦੇ। ਮੇਰੇ 2 ਜੀਓ ਦੇ ਸਿਮ ਦੋਨੇ ਬੰਦ ਹੋ ਗਿਆ। ਇਹਨਾਂ ਦੇ 에ਅਰਟੈਲ ਵਾਲੇ ਫੋਨ ਵੱਜੀ ਜਾਂਦੇ, ਲੈ ਇੰਡੀਆ ਤੋਂ ਫੋਨ ਆਈ ਜਾਂਦਾ, ਇਹਨਾਂ ਨੂੰ ਰੋਮਿੰਗ ਨਹੀਂ ਪੈਂਦੀ ਇਹਨਾਂ ਨੂੰ। ਜਦੋਂ ਸਾਨੂੰ ਲੈ ਕੇ ਜਾ ਰਹੇ ਗੁਰਦੁਆਰੇ ਸਾਡੇ ਗਲਾਂ 'ਚ ਕਾਰਡ ਪਵਾਏ ਗਏ ਆ। ਇਹ ਕਾਰਡ ਦੇਖੋ, ID ਕਾਰਡ ਪਾ ਕੇ ਰੱਖਣੇ ਆ ਸਾਰਿਆਂ ਨੇ। ਕਾਰਡ ਤੇ ਲਿਖਿਆ ਗਿਆ ਜੀ ਦਰਬਾਰ ਸਾਹਿਬ ਕਰਤਾਰਪੁਰ ਯਾਤਰੀ ਪਲੀਜ਼ ਰਿਟਰਨ ਟੂ ਰਿਸੈਪਸ਼ਨ ਬਿਫੋਰ ਲੀਵਿੰਗ ਦਾ ਪ੍ਰੈਮਿਸਿਸ। ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੇ 11:14 ਹੋਏ ਤੇ ਇਹਨਾਂ ਨੇ ਪਾਕਿਸਤਾਨੀ ਟਾਈਮ ਦੇ ਹਿਸਾਬ ਨਾਲ 10:43 ਯਾਨੀ ਕਿ ਜਿਹੜਾ ਕਿ ਥੋੜਾ ਜਿਹਾ ਸਮੇਂ ਦਾ ਫਰਕ ਇੱਥੇ ਪੈ ਚੁੱਕਿਆ ਤੇ ਥੋੜਾ ਜਿਹਾ ਬੱਸ ਦੀ ਵੇਟ ਕਰ ਰਹੇ ਕਿਉਂਕਿ ਕੁਝ ਕੁ ਸਵਾਰੀਆਂ ਹੋਰ ਕਹਿੰਦੇ ਬੈਠਣ ਦੀਆਂ ਹਜੇ ਸੀਟਾਂ ਖਾਲੀ ਪਈਆਂ ਨੇ ਤੇ ਜੇ ਕੋਈ ਹੋਰ ਵੀ ਆਉਂਦਾ ਤੇ ਫਿਰ ਉਸ ਤੋਂ ਬਾਅਦ ਸਾਡੀ ਬੱਸ ਜਿਹੜੀ ਆ ਉਹ ਰਵਾਨਾ ਹੋ ਜੂਗੀ। ਹਾਂਜੀ, ਇਹ ਚਲ ਵਧੀਆ ਕੰਮ ਕਰ ਵਧੀਆ ਕੰਮ ਕੀਤਾ ਜੀ, ਵਧੀਆ। ਬਸ ਸਾਡੀ ਤੁਰ ਪਈ ਹੈ, ਬਾਹ ਵਾਸੇ ਕਰ। ਬਜ਼ੁਰਗ ਬਹਿ ਕੇ ਜਾਂਦੇ ਹੋਏ ਆ। ਮੈਂ ਕਿਹਾ ਯਾਰ ਜਦੋਂ ਆਈ ਗਿਆ ਨਾ ਗੁਰੂ ਸਾਹਿਬ ਦੇ ਘਰੇ ਆ ਗਏ ਆ, ਨਾਲੇ ਬਾਈ ਨਹੀਂ ਆ ਸਾਡੇ ਭਰਾ ਵਾਲੇ। ਰਵੀ ਵੀਡੀਓ ਬਣਾ ਸਾਡੀ। ਬਣਾਈ ਜਾਣਾ, ਥੋੜੀ ਬਣਾਈ ਮੈਂ ਹਜੇ ਤੱਕ ਆਦੀ ਬਣਾਈ ਵੀ ਕਦੋਂ। ਬਾਈ ਇਹ ਤਾਂ ਸਾਡਾ ਟਿਕ ਚੌਕਰ ਇਹਦਾ ਔਖਾ। ਉਹਨੇ ਟਿਕਟ ਜਾਂਦੀ ਬਾਈ ਬੰਦ ਹੈ। ਬਹੁਤ ਚੱਲਦੀ ਆ ਸਾਡੇ ਤੇ ਚੱਲਦੀ ਹੈ। ਚੱਲਦੀ ਆ ਸਾਡੇ ਐਕਸਟਰਾ ਚੱਲ ਸਾਡੇ ਰਿਹਾ ਗੜੀ ਹੋਈ ਆ। ਇੰਸਟਾਗ੍ਰਾਮ ਚਲਾਈ ਜਾਂਦੇ ਬਾਈ। ਇਹ ਰਾਵੀ ਦਰਿਆ ਦਾ ਰਾਵੀ ਅੱਗੇ ਅੱਛਾ, ਉਹ ਅੱਗੇ ਆਊਗਾ। ਅੱਜ ਉਹਨਾਂ ਦੇ ਬਾਤੀ ਦਾ ਹੋਇਆ ਕਰ। ਵਾਹਿਗੁਰੂ ਬਾਬਾ ਜੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਆਪ ਜੇ ਪਾਸ਼ਾ ਮਿਹਰ ਕਰੀ
ਕਹਿੰਦੇ ਚੋਬਰ ਬਾਸ ਦੇ ਮੂਹਰੇ ਖੜ ਗਏ ਆ। ਮਤਲਬ ਯਾਰ ਰਵੀ ਅਸੀਂ ਕੋਈ ਵੀ ਜਿਹੜੀ ਮੂਵਮੈਂਟ ਨਾ ਛੱਡਣਾ ਨਹੀਂ ਚਾਹੁੰਦੇ। ਪਾਸੇ ਉਮੜਿਆ ਫਿਰ ਵੀਡੀਓ ਸਾਹਿਬ ਆਉਂਦੇ ਆ ਤੂੰ ਵੀਜ਼ਾ ਲੈ ਕੇ ਜਾਣਾ ਪੰਜਾਬ ਅੱਗੇ ਨਹੀਂ ਸਪੈਸ਼ਲੀ ਆ ਇੰਡੀਆ ਜੇ ਟਾਰੀ ਬਾਰਡਰ ਤੋਂ ਵੀ ਵਧੀਆ ਫੀਲਿੰਗ ਆ ਰਹੀ ਹੈ ਜੀ। ਸਾਰਾ ਵੀ ਆ ਗਏ ਰਾਵੀ ਦਰਿਆ ਇਹ ਆ ਗਿਆ ਰਾਵੀ ਦਾ ਬਈ। ਇਹ ਆ ਜੀ ਰਾਵੀ ਦਰਿਆ। ਰਾਵੀ ਦਰਿਆ। ਰਾਵੀ ਤੋਂ ਜਨਾਬ ਪੁੱਛਦਾ ਕੀ ਹਾਲ ਹੈ ਸਤਿ ਇਹ ਬਸ ਦਿਖਾਈਏ ਬੜਾ ਵਧੀਆ ਫੀਲ ਹੋਇਆ ਨਾ ਬਲੱਡ ਲੈਣ 1947 ਤੋਂ ਉੱਧਰ ਜਾ ਰਹੀ ਹੈ ਤੇ ਅੱਜ 2022 ਚ ਉਹੀ ਬਲੱਡ ਲੈਣਾ ਉਹਨੂੰ ਫੇਰ ਇੱਧਰ ਕਿਹੜੀ ਮਤਲਬ ਟੇਕਣ ਵਧੀਆ ਬਾਬੇ ਦਾ ਬਣਾਉਣਾ ਲੱਭ ਆ ਗਿਆ। ਸੁਖਮਨਦੀਪ ਸਿੰਘ ਲਾਹੌਰ ਰਵੀ ਪੁਨੀਆ ਬਈ ਮੈਨੂੰ ਤਾਂ ਪਿੰਡ ਲਾਹੌਰ ਦੇ ਨਾਮ ਤੋਂ ਜਾਣਦੇ ਗੁਰਦੁਆਰਾ ਦੇਖੋ ਮੇਰਾ ਨਾਮ ਉਹ ਆ ਗਿਆ ਸਾਹਮਣੇ ਹੀ ਆਪਣਾ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਕਿ ਬਹੁਤ ਵਧੀਆ ਵਿਊ ਦਿਖ ਰਿਹਾ। ਆਹ ਗੇਟ ਲੱਗਿਆ ਹੋਇਆ ਆਧਾਰ ਦੇ ਪਰਲੇ ਪਾਸੇ ਕੀ ਇੰਡੀਆ ਵਾ? ਨਹੀਂ ਇੰਡੀਆ ਕੌਣ ਕਹਿੰਦਾ ਇੰਡੀਆ ਪੁੱਛਦਾ ਪਿਆ ਤੈਨੂੰ। ਨਹੀਂ ਨਹੀਂ ਇਹ ਵੀ ਲੋਕ ਇੱਥੇ ਜਿਹੜੇ ਆਉਂਦੇ ਆ ਭੱਜ ਨਾ ਜਾਣ ਇਹ ਨਾਲ ਤਾਰ ਲਾਈ ਹੋਈ ਆ ਵੀ ਜਿਹੜੇ ਇਕੱਲੇ ਗੁਰਦੁਆਰੇ ਵਾਸਤੇ ਆਏ ਇਕੱਲੇ ਗੁਰਦੁਆਰੇ ਹੀ ਰਹਿਣ ਉਹ ਆ ਬਾਉਂਡਰੀ ਲੱਗੀ ਹੋਈ ਆ ਦੇਖੋ ਜੀ ਮਤਲਬ ਇਹ ਬਾਅਦ ਚ ਬਣਾਈ ਹੋਊਗੀ ਲੰਘੇ ਤੋਂ ਬਾਅਦ ਚ। ਜਿਹਦੀ ਅਸੀਂ ਗੱਲ ਕੱਲ ਸਕੂਲੇ ਕਰਦੇ ਸੀ ਵੀ ਜਿਹੜੇ ਲੋਕ ਇੱਥੇ ਆਉਂਦੇ ਆ ਉਹ ਫਿਰ ਗੈਪ ਕਦੋਂ ਨਹੀਂ ਹੋ ਜਾਂਦੇ ਵੀ ਕੋਈ ਸਿਕਿਉਰਿਟੀ ਹੋਊਗੀ ਆ ਦੇਖੋ ਜੀ ਗੁਰਦੁਆਰੇ ਦੀ ਸਾਰੀ ਬਾਉਂਡਰੀ ਕੀਤੀ ਹੋਈ ਆ ਮਤਲਬ ਤਾਂ ਕਿ ਆ ਜਿਹੜੇ ਸੜਕ ਜਾਂਦੀ ਹੈ ਇੱਧਰ ਵੀ ਤਾਰ ਲੱਗੀ ਆ ਹਾਂ ਇੱਧਰ ਵੀ ਤਾਰ ਲੱਗੀ ਹਾਂ ਵੀ ਤਾਂ ਕਿ ਲੋਕ ਜਿਹੜੇ ਸਿਰਫ ਗੁਰਦੁਆਰੇ ਆਏ ਤੇ ਗੁਰਦੁਆਰੇ ਹੀ ਰਹਿਣ ਪਾਕਿਸਤਾਨ ਚ ਕਿਸੇ ਹੋਰ ਜਾ ਸਕਦੇ ਕਿਉਂਕਿ ਵੀਜ਼ਾ ਨਹੀਂ ਨਾ ਲਵਾਇਆ ਪੰਜਾਬ ਹੈ ਵੰਡਿਆ ਕੀ ਆ ਪੰਜਾਬ ਵੰਡਿਆ ਕਿਸੇ ਦਾ ਕੀ ਨਾ ਦਿੱਲੀ ਵੰਡੀ ਗਈ ਉਸ ਤਰ੍ਹਾਂ ਹੀ ਪਿੰਡ ਉਸ ਤਰ੍ਹਾਂ ਹੀ ਛੇ ਲੋਕਾਂ ਤੁਹਾਡੇ ਸਾਹਮਣੇ ਯਾਦ ਹੁੰਦਾ ਨਾ ਇਹ ਸਪੇਨ ਹੈ ਦੀ ਹਾਂ ਵੀ ਇਧਰ ਯੂਰਪ ਤੇ ਉਧਰ ਰੂਸ ਆ ਉਸ ਤਰ੍ਹਾਂ ਹੀ ਲੋਕ ਰਹਿ ਰਹੇ ਨੇ ਉਸ ਤਰ੍ਹਾਂ ਹੀ ਟਰਾਲੀਆਂ ਉਸ ਤਰ੍ਹਾਂ ਹੀ ਤੂੜੀਆਂ ਸਾਰਾ ਕੁਝ ਸੇਮ ਹੁੰਦਾ ਵਾਢੀ ਸ਼ੁਰੂ ਹੋ ਗਈ ਇੱਧਰ। ਉਂਝ ਹੀ ਕਬੂਤਰ ਰੱਖੇ ਨੇ ਹਾਂ ਰੱਖੇ ਨੇ ਨਾ ਕਬੂਤਰ ਉਹਦੇ ਬਿਲਕੁਲ ਬਿਲਕੁਲ ਤੇ ਫਿਰ ਜਿਹੜੀ ਦਿਲ ਦੀ ਛਤਰੀ ਤੇ ਹੈ ਕੋਈ ਕੀ ਕਹਿੰਦਾ ਹੁੰਦਾ ਮਿੱਤਰਾਂ ਦੀ ਛਤਰੀ ਦਾ ਉੱਡ ਗਈ ਹਾਂ ਕੰਬਰਾਂ ਦੇ ਲਾਉਣੀ ਇੱਧਰ ਵੀ ਚੱਲਦਾ ਉਹ ਪੂਰਾ ਚੱਲਦਾ ਬਾਬੂ ਬੰਦਾ ਚੱਦਰ ਬੰਦਾ ਪੂਰਾ ਚੱਲਦਾ ਰਿਹਾ ਗੱਲ ਬਾਤ ਹੈ ਇੱਡੀ ਗੱਲ ਥੋੜੀ ਵਾਲੀ ਚੜਾਈ ਸਿੱਧੂ ਮੂਸੇ ਵਾਲਾ ਚੱਲਦਾ ਸਿੱਧੂ ਮੂਸੇਵਾਲੇ ਚੱਲਦਾ। ਤੁਸੀਂ ਅੱਜ ਆ ਤਾਂ ਸਿੱਧੂ ਮੂਸੇ ਵਾਲਾ ਆਇਆ ਇੱਥੇ ਤਾਂ ਖਲੋਣ ਨੂੰ ਜਗ੍ਹਾ ਨਾ ਮਿਲੇ ਉਹ ਤਾਂ ਸਾਡੇ ਨਹੀਂ ਪੁੱਛਦੇ ਉਹਨੂੰ ਉਧਰ ਗਾਲਾਂ ਹੌਣੀ ਬੁਲਾ ਲੈਕਚਰ ਕਰ ਗਿਆ ਨਾ ਆਵਾਜ਼ ਪੜੀ ਗਿਆ ਕਰਨਾ ਔਜਲਾ ਚੱਲਦਾ ਕਰਨਾ ਔਜਲਾ ਉਹ ਘੱਟ ਚੱਲਦਾ ਨਹੀਂ ਵਾਹ ਇੱਧਰ ਠੀਕ ਇੱਕ ਕਰਨਾ ਔਜਲਾ ਵੀ ਹੈਗਾ ਕਰਨ ਔਜਲਾ ਨਹੀਂ ਸਿੱਧੂ ਮੂਸੇ ਵਾਲਾ ਚੱਲਦਾ ਸਾਰਾ ਹੀ ਪੰਜਾਬੀ ਸਾਰੇ ਚੱਲਦੇ ਸਤਿ ਸ੍ਰੀ ਅਕਾਲ ਲਓ ਜੀ ਦੇਖੋ ਜੀ ਵੀ ਪਹੁੰਚ ਚੁੱਕੇ ਹਾਂ ਗੁਰਦੁਆਰੇ ਹਾਂਜੀ ਵੀਰੇ ਇੱਕ ਵਾਰੀ ਫੇਰ ਸਿਕਿਉਰਿਟੀ ਪਰਪਸ ਵਾਸਤੇ ਲੰਘਾਂਗੇ ਹਾਂਜੀ ਮੈਂ ਬਾਈ ਨਾਲ ਫਿਰ ਇਹ ਜੀ ਗੁਰਦੁਆਰਾ ਜਾਂਦੇ ਜਾਂਦੇ ਕੀ ਪਤਾ ਜਾਂਦੇ ਹੋਰ ਰਾਹ ਤਾਂ ਨਹੀਂ ਕੱਢ ਦੇਣ ਚਲੋ ਯਾਰ ਵੀਡੀਓ ਬਣਾਓ ਪਹਿਲਾਂ ਮੇਰੀ ਤੋਂ ਰਹੀ ਰਵੀ ਬਣਾਓ ਡਿਉੜੀ ਤੋਂ ਐਂਟਰ ਹੋਣ ਲੱਗੇ ਹੋ ਕੇ ਜੀ ਸਾਈਡ ਤੇ ਜੋੜਾ ਘਰ ਹੈ ਜੀ ਅੱਗੇ ਗਾਂ ਗੱਠੜੀ ਘਰ ਹੈ ਪਾਕਿਸਤਾਨ ਦਾ ਪਾਣੀ ਵੀ ਹੋਣੀ ਇੱਥੇ ਜੀ ਜਲ ਸਾਡਾ ਜਾਲਾ ਹੈ ਹਾਂਜੀ ਖੂਹ ਸਾਹਿਬ ਦਾ ਹਾਂਜੀ ਖੂਹ ਸਾਹਿਬ ਦਾ ਜਾਲਾ ਇਹ ਦੇਖੋ ਜੀ ਆਵੇ ਹਯਾਤ ਵਿੱਚੋਂ ਯਾਰਾ ਤੁਬਕਾ ਤਾਂ ਛਕਾ ਦੇ ਸਾਨੂੰ ਅਲਝੇ ਹੋਇਆਂ ਨੂੰ ਅਸਲ ਰਾਹ ਧਰਮਾਂ ਦਾ ਪਾ ਦੇ ਸਾਨੂੰ ਅਲਝੇ ਹੋਇਆਂ ਨੂੰ ਅਸਲ ਰਾਹ ਧਰਮਾਂ ਦਾ ਪਾ ਦੇ ਦਿਲ ਨਿਵਾਜ਼ਿਸ਼ ਵਸ ਜਾਵੇ ਸਭ ਪਹਿਲਾਂ ਇੱਥੇ ਸ਼ਾਮ ਹੈ ਨਾ ਹਾਂ ਫਿਰ ਵੀ ਤਾਂ ਪਿਆ ਹੋਇਆ ਆ ਚੀਜ਼ ਆਪਣੇ ਆਪਾਂ ਨੂੰ ਸਿਧਾਂਤ ਦਿੱਤੇ ਆ ਹਨਾ ਵੀ ਨਾਮ ਜਪੋ ਵੰਡ ਛਕੋ ਉਹ ਗੁਰੂ ਸਾਹਿਬ ਨੇ ਪਹਿਲੇ ਦਰਸੀਆਂ ਦੇ ਵਿੱਚ ਜਿਹੜੇ ਸੀਗੇ ਆਪਾਂ ਨੂੰ ਸਿਧਾਂਤ ਦੇ ਦਿੱਤੇ ਸੀਗੇ ਤੇ ਜਿਹੜੇ ਅਖੀਰਲੇ ਕੁਝ ਸਾਲ ਸੀਗੇ ਉਹ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਜਿਹੜੇ ਸੀਗੇ ਬਤਾਏ ਸੀਗੇ ਤੇ ਆਪਾਂ ਨੂੰ ਜਿਹੜਾ ਸਾਡੀ ਜ਼ਿੰਦਗੀ ਦਾ ਮੂਲ ਸਿਧਾਂਤ ਆ ਜਿਹੜਾ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਕਿਰਤ ਕਰਨ ਦਾ ਕਿ ਸਾਰੇ ਜਿਹੜੇ ਮਤਲਬ ਇਨਸਾਨ ਨੂੰ ਜਾਂ ਸਾਡੇ ਸਿੱਖ ਧਰਮ ਨੂੰ ਜਿਹੜੀ ਕਿਰਤ ਵਾ ਉਹ ਸਭ ਤੋਂ ਜਿਹੜਾ ਵੱਡਾ ਧਰਮ ਦਿੱਤਾ ਹੈਗਾ ਤਾਂ ਆਪਾਂ ਕਿਰਤ ਕਰਨ ਦਾ ਸਿਧਾਂਤ ਇਸ ਧਰਤੀ ਤੋਂ ਲੈਂਦੇ ਆ ਸੋ ਸਾਨੂੰ ਕਿਰਤ ਕਰਨੀ ਚਾਹੀਦੀ ਆ ਕਿਰਤ ਕਰਕੇ ਫਿਰ ਵੰਡ ਛਕਣਾ ਚਾਹੀਦਾ
ਤੇ ਨਾਮ ਤਾਂ ਆਪਾਂ ਜਪਣਾ ਹੀ ਜਪਣਾ। ਬਾਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਆਪਣਾ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਬਤੀਤ ਕੀਤਾ। ਉਹਨਾਂ ਨੇ ਇੱਥੇ ਖੇਤੀ ਵੀ ਕੀਤੀ, ਆ ਸਾਈਡ ਤੇ ਜਗ੍ਹਾ ਬਣੀ ਹੋਈ ਹੈ ਖੇਤ, ਤੇ ਬਾਕੀ ਇੱਥੇ ਉਹਨਾਂ ਨੇ ਕੰਮ ਵੀ ਕੀਤਾ ਸੀਗਾ, ਕਰਕੇ ਵੀ ਦਿਖਾਇਆ ਕੰਮ ਆਪ ਕੀਤਾ ਉਹਨਾਂ ਨੇ, ਤੇ ਉਹਨਾਂ ਨੇ ਸੰਗਤ ਨੂੰ ਉਪਦੇਸ਼ ਵੀ ਦਿੱਤਾ ਸੀਗਾ ਵੀ ਕਿਰਤ ਕਰੋ। ਉਹਨਾਂ ਨੇ ਇਹ ਨਹੀਂ ਆਪਦੇ ਮਤਲਬ ਕਿ ਉਹ ਇੱਕ ਰੱਬੀ ਰੂਹ ਸਨ, ਉਹਨਾਂ ਨੇ ਇੱਕ ਦੂਜੇ ਨੂੰ ਆਪਦੇ ਆਪ ਨੂੰ ਇੱਕ ਸੰਤ ਦੇ ਰੂਪ 'ਚ ਨਹੀਂ ਪੇਸ਼ ਕੀਤਾ ਵੀ ਮੈਂ ਸੰਤ ਆ, ਮੈਂ ਇਕੱਲੇ ਉਪਦੇਸ਼ ਦਿੱਤੇ। ਉਹਨਾਂ ਨੇ ਹੱਥੀਂ ਕਿਰਤ ਆਪ, ਤੇ ਉਹ ਵੀ ਆਪਦੇ ਲਾਸਟ ਟਾਈਮ ਹਨਾ, ਤੇ ਇੱਥੇ ਖੇਤੀ ਕੀਤੀ ਹੈ। ਤੇ ਇੱਥੋਂ ਸਾਨੂੰ ਸਬਕ ਲੈ ਕੇ ਜਾਣਾ ਚਾਹੀਦਾ। ਜੇ ਅਸੀਂ ਅੱਜ ਆਏ ਆ ਤਾਂ ਕੁਝ ਨਾ ਕੁਝ ਅਸੀਂ ਇੱਕ ਮੂਲ ਸਿਧਾਂਤ ਇੱਥੋਂ ਲੈ ਕੇ ਜਾਈਏ ਆਪਦੇ ਨਾਲ, ਤੇ ਜਿਸ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕੀਏ। ਜਿਹੜੀ ਕਿਸਾਨੀ ਬਾਰੇ ਗੁਰੂ ਸਾਹਿਬ ਨੇ ਗੱਲ ਕਹੀ ਸੀ, ਉਹ ਵੀ ਇਸ ਜਿਹੜੇ ਆਪਣੇ ਸਥਾਨ ਤੋਂ ਹੀ ਸ਼ੁਰੂ ਹੋਈ ਸੀਗੀ। ਕੀ ਕਿਹਾ ਸੀ? ਸੋ ਉਹਦੇ ਬਾਰੇ ਮੈਨੂੰ ਵੀ ਥੋੜਾ ਭੁੱਲ ਗਿਆ ਸਾਹਮਣੇ। ਸਾਂਝੇ ਪੀਰ ਪੈਗੰਬਰ ਇੱਕ ਮਾਲਕ ਦੇ ਬੱਚੇ ਆ, ਕੀ ਸਰਦਾਰ ਤੇ ਕੀ ਮੁਹੰਮਦ। ਇੱਕ ਮਾਲਕ ਦੇ ਬੱਚੇ ਆ, ਕੀ ਸਰਦਾਰ ਕੀ ਮੁਹੰਮਦ। ਜੇ ਅਸਲ ਗਿਆਨ ਹੈ ਵੇਦਾਂ ਦਾ, ਉਹ ਦੱਸ ਕਾਹਤੋਂ ਨਫ਼ਰਤ ਕਰਦਾ। ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ। ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ। ਛੱਡ ਝਗੜ ਝਮੇਲਿਆਂ ਨੂੰ, ਪਾਲਾ ਜੱਫੀ ਜਿਆਂ ਸਹਿਮਤ। ਮਾਲਕ ਦੇ ਬੱਚੇ ਆ, ਕੀ ਸਰਦਾਰ ਤੇ ਕੀ ਮੁਹੰਮਦ। ਇੱਕ ਮਾਲਕ ਦੇ ਬੱਚੇ ਆ, ਕੀ ਸਰਦਾਰ ਕੀ ਭਾਵੇਂ ਆਇਤਾਂ ਪੜ ਲੈ ਵੇ, ਭਾਵੇਂ ਗੁਰੂ ਨਾਨਕ ਦੀ ਬਾਣੀ। ਉਸ ਇੱਕ ਦੀਆਂ ਬਾਤਾਂ ਨੇ ਉਹਦੇ ਇਸ਼ਕ ਦੀ ਐ ਕਹਾਣੀ। ਉਸ ਇੱਕ ਦੀਆਂ ਬਾਤਾਂ ਨੇ ਉਹਦੇ। ਜੀ ਗੁਰਦੁਆਰੇ ਦੇ ਟੌਪ ਫਲੋਰ ਤੇ ਆ ਜੀ, ਤੁਸੀਂ ਦੇਖੋ ਇੱਧਰ ਬਣਿਆ ਹੋਇਆ ਧਾਰਮਿਕ ਵਿਚਾਰ ਵਟਾਂਦਰਾ। ਏਰੀਆ ਬਹੁਤ ਹੀ ਜ਼ਿਆਦਾ ਵਾਈਡ ਆ, ਮਤਲਬ ਕਿ ਬਹੁਤ ਵੱਡਾ ਏਰੀਆ ਗੁਰਦੁਆਰਾ ਸਾਹਿਬ ਜੀ ਦਾ। ਤੁਹਾਨੂੰ ਦਿਖਾਉਂਦੇ ਆ ਚਾਰੋਂ ਪਾਸਿਓਂ। ਇੱਧਰ ਬਣਿਆ ਹੋਇਆ ਜੀ ਦੀਵਾਨ ਹਾਲ, ਕੋਈ ਸੰਗਤ, ਸਾਰਾ ਏਰੀਆ। ਆਵੇ ਹਯਾਤ ਵਿੱਚੋਂ ਯਾਰਾ ਤੂੰ ਕਾਤਾ ਸ਼ਕਾ ਦੇ। ਇੱਧਰ ਕਹਿ ਰਹੇ ਆ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਧਰ ਖੇਤੀ ਕਰਦੇ ਸੀਗੇ ਇਹ ਏਰੀਏ 'ਚ। ਉਹ ਏਰੀਏ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸੀ ਨਾ। ਹਾਂ ਸੌਰੀ ਇਹ ਖੇਤੀ ਸਾਹਿਬ ਹੈ, ਗੁਰੂ ਸਾਹਿਬ ਦੇ ਖੇਤ ਹੈ ਉੱਧਰ ਦੇਖੋ। ਇੱਥੇ ਇੱਕ ਫਲਸਫਾ ਆਪਾਂ ਨੂੰ ਦਿੱਤਾ ਸੀ ਵੀ ਕਿਰਤ ਕਰੋ। ਹਾਂਜੀ, ਇੱਥੋਂ ਉਹਨਾਂ ਨੇ ਚੀਜ਼ ਸ਼ੁਰੂ ਕੀਤੀ ਸੀ, ਕਿਰਤ ਕਰੋ ਨਾਮ ਜਪੋ। ਇਹ ਸਾਰਾ ਖੇਤੀ ਸਾਹਿਬ ਹੈ, ਖੇਤੀ ਸਾਹਿਬ ਕਹਿੰਦੇ ਇਹਨਾਂ ਨੂੰ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆਪ ਹੱਥੀਂ ਖੇਤੀ ਕੀਤੀ ਸੀ। ਜੇ ਅਸਲ ਗਿਆਨ ਹੈ ਵੇਦਾਂ ਦਾ, ਉਹ ਦੱਸ ਕਾਹਤੋਂ ਨਫ਼ਰਤ ਕਰਦਾ। ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ। ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ। ਛੱਡ ਝਗੜ ਝਮੇਲਿਆਂ ਨੂੰ, ਪਾਲਾ ਜੱਫੀ ਜਿਆਂ ਸਹਿਮਤ। ਇੱਕ ਮਾਲਕ ਦੇ ਬੱਚੇ ਆ, ਕੀ ਸਰਦਾਰ ਤੇ ਕੀ ਮੁਹੰਮਦ। ਇੱਕ ਮਾਲਕ ਦੇ ਬੱਚੇ ਆ, ਕੀ ਸਰਦਾਰ ਕੀ ਮੁਹੰਮਦ। ਕਿਤੇ ਮੇਰੇ ਰੱਬਾ ਦਿੱਲੀ ਤੇ ਲਾਹੌਰ ਦਾ। ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ। ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ। ਹੋਏ
ਦੇਖੋ ਜੀ ਜਿਹੜੇ ਇੱਧਰਲੇ ਮੁਲਕ ਦੇ ਲੋਕ ਆ ਉਹ ਨਾਲ ਹੀ ਜਦੋਂ ਸਾਨੂੰ ਦੇਖਦੇ ਆ ਬੜਾ ਚਾਅ ਕਰਦੇ ਆ, ਉਹਦੀ ਸਾਡੇ ਨਾਲ ਗੱਲਾਂ ਕਰਨ ਲੱਗ ਜਾਂਦੇ ਆ, ਉਹਦੀ ਫੋਟੋ ਕਰਾਉਣ ਲੱਗ ਜਾਂਦੇ ਆ ਤੇ ਗੱਲਾਂ ਕਰਦੇ ਆ ਉਹ ਸਾਰੀ ਚੀਜ਼ਾਂ ਦੀ ਜਿਹੜਾ ਕੁਝ ਹੋਇਆ ਪਾਸਟ ਦੇ ਵਿੱਚ। ਤੇ ਪਰ ਇੱਕ ਚੀਜ਼ ਫੀਲ ਹੋਈ ਆ ਵੀ ਬੜੀ ਇੱਧਰ ਲੋਕਾਂ ਨੂੰ ਉੱਧਰਲੀ ਖਿੱਚ ਆ ਤੇ ਸਾਡੇ ਦਿਲਾਂ 'ਚ ਤਾਂ ਇੱਧਰਲੀ ਖਿੱਚ ਹੈਗੀ ਸੀ। ਸਾਡੇ ਦਿਲਾਂ 'ਚ ਕਦੇ ਇਹ ਨਹੀਂ ਹੈ ਵੀ ਉਹ ਕਿਤੇ ਅਲੱਗ ਕੰਟਰੀ ਆ, ਬਸ ਹਮੇਸ਼ਾ ਇੱਦਾਂ ਹੀ ਹੁੰਦਾ ਵਾ ਵੀ ਆਪਣੇ ਲੋਕ ਹੀ ਆ, ਆਪਣੇ ਭਰਾ ਹੀ ਆ। ਤੇ ਅੱਜ ਉਹ ਚੀਜ਼ ਦੇਖਣ ਨੂੰ ਵੀ ਮਿਲ ਰਹੀ ਆ ਵੀ ਜਿੰਨਾ ਲੋਕਾਂ ਦੇ ਵਿੱਚ ਇੱਕ ਦੂਜੇ ਲਈ ਪਿਆਰ ਆ, ਇੱਕ ਦੂਜੇ ਲਈ ਖਿੱਚ ਆ। ਇਹ ਚੀਜ਼ ਬਹੁਤ ਵਧੀਆ ਦੇਖ ਕੇ ਬਹੁਤ ਮਨ ਨੂੰ ਸਕੂਨ ਮਿਲਦਾ। ਮੁੱਲ ਤਾਰਿਆ ਏ ਬੜਾ ਮੁੱਲ ਤਾਰਿਆ ਏ ਲੀਡਰਾਂ ਦੀ ਦੌੜਦਾ ਕਰੀ ਕਿਤੇ ਮੇਲ ਰੱਬਾ, ਕਰੀ ਕਿਤੇ ਮੇਲ ਮੌਲਾ, ਦਿੱਲੀ ਤੇ ਲਾਹੌਰ ਦਾ ਵੇ ਕਰੀ ਕਿਤੇ ਮੇਲ ਰੱਬਾ, ਕਰੀ ਕਿਤੇ ਮੇਲ ਵੇ, ਕਰੀ ਕਿਤੇ ਮੇਲ ਮੌਲਾ, ਕਰੀ ਕਿਤੇ ਮੇਲ। ਇਹ ਹੈ ਜੀ ਖੇਤ ਸਾਹਿਬ, ਖੇਤ ਸਾਹਿਬ ਕਹਿੰਦੇ ਇਹਨੂੰ, ਖੇਤੀ ਸਾਹਿਬ ਕਹਿੰਦੇ ਆ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਆਪਦੇ ਹੱਥੀਂ ਨਾਲ ਖੇਤੀ ਕਰਦੇ ਰਹੇ ਆ। ਇਹ ਸਾਰਾ ਉਹ ਏਰੀਆ ਜੀ, ਦੇਖੋ ਜੀ ਬਹੁਤ ਵਧੀਆ ਫੀਲਿੰਗ ਹੈ। ਇਹ ਲੰਗਰ ਹਾਲ ਆ ਜੀ ਗੁਰਦੁਆਰਾ ਜੀ ਦਾ। ਕਈਆਂ ਦਾ ਲੈਣ ਦੇਣ ਹੋ ਜੇ ਸਾਡਾ ਵੇ ਦਾਤੀਆਂ ਤੇ ਕਈਆਂ ਦਾ। ਮੀਆਂ ਵਾਲੀ ਮੰਡੀ ਵਿੱਚ, ਮੀਆਂ ਵਾਲੀ ਮੰਡੀ ਵਿੱਚ ਵੈੜ ਕਾਨ ਗੌਰ ਦਾ ਕਰੀ ਕਿਤੇ ਮੇਲ ਰੱਬਾ, ਕਰੀ ਕਿਤੇ ਮੇਲ ਮੌਲਾ, ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮੇਲ ਰੱਬਾ, ਕਰੀ ਕਿਤੇ ਮੇਲ ਵੇ, ਕਰੀ ਕਿਤੇ ਮੇਲ ਮੌਲਾ, ਕਰੀ ਕਿਤੇ ਮੇਲ। ਲਓ ਜੀ ਬਾਬਾ ਜੀ ਦੇ ਦਰਸ਼ਨ ਅਸੀਂ ਕਰ ਲਏ, ਮੱਥਾ ਟੇਕ ਲਿਆ। ਉਸ ਤੋਂ ਬਾਅਦ ਚੋਂ ਅਸੀਂ ਲੰਗਰ ਵੀ ਛਕ ਲਿਆ ਤੇ ਹੁਣ ਅਸੀਂ ਜਾ ਰਹੇ ਸੀਗੇ ਮਾਰਕੀਟ ਵੱਲ। ਤੇ ਮਾਰਕੀਟ ਅਸੀਂ ਸਾਰੇ ਹੁਣ ਰਲ ਕੇ ਚੱਲੇ ਸੀਗੇ। ਮੈਂ ਕਿਹਾ ਚਲੋ ਮਾਰਕੀਟ ਵੀ ਬਣਾ ਕੇ ਗੇੜਾ ਕੱਢਿਆ ਹੀ ਆ, ਤੁਹਾਨੂੰ ਲੈ ਕੇ ਚੱਲਦੇ ਆ ਮਾਰਕੀਟ 'ਚ। ਗੁਰਦੁਆਰਾ ਸਾਹਿਬ ਤੋਂ ਲੈ ਕੇ ਬਾਜ਼ਾਰ ਤੱਕ ਇਹ ਆ ਜੀ ਮਾਰਕੀਟ ਜਿਹੜੀ ਗੁਰਦੁਆਰਾ ਸਾਹਿਬ ਦੇ। ਜਿਵੇਂ ਆ ਗੁਰਦੁਆਰਾ ਵਾ, ਇਹ ਥੋੜੀ ਜਿਹੀ ਬਾਟ ਆ, ਇੱਥੇ ਮਾਰਕੀਟ ਵੇਲੀ ਵਾਲਾ। ਤੁਸੀਂ ਇੱਥੇ ਜੇ ਕੋਈ ਸਮਾਨ ਲੈ ਕੇ ਜਾਣਾ ਤਾਂ ਤੁਸੀਂ ਇੱਥੋਂ ਲਿਆ ਸਕਦੇ ਆ। ਥੋੜ੍ਹੀਆਂ ਜਿਹੀਆਂ ਸ਼ਾਪਸ ਵੇਲੀ ਵਾਲਾ ਇੱਥੇ ਛੋਟੀ ਜਿਹੀ ਮਾਰਕੀਟ ਬਣੀ ਹੋਈ ਆ ਤੇ ਤੁਸੀਂ ਦੇਖ ਸਕਦੇ ਆ ਇੱਥੇ ਵੀ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ। ਪਹਿਲਾਂ ਸਾਰੇ ਪਹਿਲਾਂ ਇਹ ATM ਆ, HBL ਬੈਂਕ ਦਾ ATM ਆ। ਫਿਰ ਤੇਰੇ ਬਾਈ ਦਾ ਨਾਮ ਲਿਖਿਆ ਹੋਇਆ ਜੀ ਇੱਥੇ, ਰਵੀ ਐਕਸਚੇਂਜ। ਇਹ ਆ ਜੀ ਲਾਹੌਰ ਕਲੌਥ ਹਾਊਸ। ਆ ਬਹੁਤ ਸੋਹਣੀ ਟਪਰੀ ਬਣੀ ਹੋਈ ਹੈ ਬੈਠਣ ਲਈ। ਤੇ ਸਟੈਂਗ ਸਟੁੰਗ ਕੋਕਾ ਕੋਲੇ, ਖਾਣ ਪੀਣ ਨੂੰ ਡੱਲਾ ਭੱਬਾ। ਆਹ ਕੀ ਹੈ ਜਸਕਾਂਤ ਸਿੰਘ ਜੀ? ਅਚਾਰ ਚੂਰ ਜੇ ਪਤਾ ਨਹੀਂ ਕੀ ਹੈ ਜੀ, ਸਾਰਾ ਕੁਛ। ਕੁਲਫੀਆਂ, ਆਈਸਕ੍ਰੀਮਾਂ ਤੇ ਮੁਲਤਾਨੀ ਖੁੱਸਾ, ਜੁੱਤੀਆਂ ਜਾਤੀਆਂ ਕਹਿੰਦੇ। ਕਿਆ ਬਾਤ ਹੈ, ਤਨ ਹੋਈ ਪਈ ਹੈ। ਸਾਰਾ ਕੁਝ ਤੁਹਾਨੂੰ ਦਿੰਦੇ, ਕੋਈ ਬਾਤ ਨਹੀਂ। ਮੈਂ ਕੁੜੀ ਦਾ ਮੈਸੇਜ ਆ ਗਿਆ ਜੁੱਤੀ ਲਈ, ਮੈਂ ਜਲਦੀ ਸਸਤੀ ਲੈ ਗਿਆ। ਠੀਕ ਹੈ ਦੇਖੋ ਜੁੱਤੀਆਂ ਦੇਖੋ ਜੀ ਕਿਆ ਬਾਤ ਆ। ਅੰਟੀਕ ਜਿਹੀਆਂ ਚੀਜ਼ਾਂ ਸਾਰੀਆਂ ਇੱਥੇ ਘਰਾਂ 'ਚ ਰੱਖਣ ਨੂੰ ਆ ਜੀ। ਸਾਰਾ ਕੁਛ ਉਹਦਾ ਨੂਣ ਦੇ ਬਣੇ ਲੱਗਦੇ ਮੈਨੂੰ। ਆ ਤਾਂ ਨੂਣ ਜਿਹਾ ਨਹੀਂ, ਜਿਹੜਾ ਕਾਲਾ ਨੂਣ ਜਿਹਾ ਹੁੰਦਾ ਉਹ ਬਣਿਆ ਲੱਗਦਾ। ਵੈਸੇ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਮਾਰਕੀਟ ਜਿੱਥੇ ਖਤਮ ਹੁੰਦੀ ਹੈ, ਇਹ ਤੋਂ ਬਾਅਦ ਚੋਂ ਸਾਰਾ ਨਾ ਜਿੰਨਾ ਸਾਈਡ ਵਾਲਾ ਏਰੀਆ ਸਾਰਾ ਬਾਉਂਡਰੀ ਕੀਤੀ ਹੋਈ ਆ। ਕਿਉਂਕਿ ਜਿਹੜਾ ਆਪਣਾ ਇਹ
ਆਪਣਾ ਆਉਂਦਾ ਇਹ ਜਿਹੜੇ ਵਿਜ਼ਟਰ ਆਉਂਦੇ ਆ ਆਪਣੇ ਜਿਵੇਂ ਯਾਤਰੀ ਜਿਹੜੇ ਆ ਰਹੇ ਆ, ਇਹ ਸਾਰੇ ਬਸ ਇਕੱਲੇ ਗੁਰਦੁਆਰੇ ਤੋਂ ਹੀ ਵਾਪਸ ਇਹਨਾਂ ਨੂੰ ਮੋੜਨਾ ਹੁੰਦਾ ਵਾ, ਕਿਤੇ ਪਾਕਿਸਤਾਨ 'ਚ ਕਿਤੇ ਹੋਰ ਨਹੀਂ ਜਾ ਸਕਦੇ ਕਿਉਂਕਿ ਕਿਹੜਾ ਵੀਜ਼ਾ ਲੱਗਿਆ ਹੋਇਆ। ਤਾਂ ਕਰਕੇ ਵੀ ਤਾਂ ਕੋਈ ਵੀ ਪਰਸਨ ਇੱਥੋਂ ਬਾਹਰ ਨਾ ਜਾ ਸਕੇ, ਤਾਂ ਕਰਕੇ ਸਾਰੇ ਪਾਸੇ ਨਾ ਬਾਉਂਡਰੀ ਕੀਤੀ ਹੋਈ ਹੈ, ਜਾਲ ਲਾਇਆ ਹੋਇਆ ਪੂਰੇ ਗੁਰਦੁਆਰੇ ਦੇ ਬਾਰ-ਬਾਰ। ਵੈਸੇ ਏਰੀਆ ਬਹੁਤ ਵੱਡਾ ਵਾ, ਇਹ ਨਹੀਂ ਕਹਿ ਸਕਦਾ ਵੀ ਮਾੜਾ ਮਾੜਾ ਗੁਰਦੁਆਰੇ ਦੇ ਨਾਲ ਹੀ ਬਾਉਂਡਰੀ ਲਾਤੀ, ਬਹੁਤ ਦੂਰ ਦੂਰ ਤੱਕ ਮਤਲਬ ਕਿ ਸਾਰਾ ਏਰੀਆ ਜਿਹੜਾ ਕਵਰ ਕੀਤਾ ਹੋਇਆ ਵਾ। ਤੇ ਬਾਕੀ ਆ ਇੱਥੇ ਖੇਤ ਖੂਹ ਦਾ ਖੇਤੀ ਚੱਲੀ ਜਾਂਦੀ, ਮੈਸੀ ਟਰੈਕਟਰ ਖੜਾ ਕੋਲੇ, ਪਰਾਂ ਜੌਨ ਡੀਅਰ ਖੜਾ ਹੈ ਕਿ ਨਹੀਂ ਹੈ, ਸਹੀ ਗੱਲ ਆ। ਮੰਨ ਕੇ ਹੈ ਪੌੜਦਾ ਕਰੀ ਕਿਤੇ ਮੇਰ ਰੱਬਾ, ਕਰੀ ਕਿਤੇ ਮੇਰ ਮੌਲਾ, ਦਿੱਲੀ ਤੇ ਲਾਹੌਰ ਦਾ ਹੋਏ ਕਰੀ ਕਿਤੇ। ਬਾਜ਼ਾਰ ਵੈਸੇ ਬਹੁਤ ਜ਼ਿਆਦਾ ਆ, ਤਾਂ ਨਹੀਂ ਕਹਿ ਸਕਦੇ ਪ੍ਰੋਵਾਈਡ, ਪਰ ਲਿਮਿਟਡ ਜਿਹੀਆਂ ਦੁਕਾਨਾਂ ਵਾ ਤੇ ਠੀਕ ਆ। ਹਾਂ ਸੋਹਣਾ ਵਾ ਬਹੁਤ, ਬਟ ਬਹੁਤ ਜ਼ਿਆਦਾ ਕੋਸਟਲੀ ਆ। ਹਰੇਕ ਚੀਜ਼ ਜਿਹੜੀ ਵੀ ਆ ਤੁਸੀਂ ਦੇਖੋਗੇ ਬਹੁਤ ਦੁੱਗਣੇ ਤਿੱਗਣੇ ਯਾਨੀ ਕਿ ਪ੍ਰਾਈਸ 'ਤੇ ਆ ਇੱਥੇ। ਬਾਕੀ ਓਵਰਆਲ ਵਧੀਆ ਚੀਜ਼ਾਂ, ਗੁੱਡ ਐਕਸਪੀਰੀਅੰਸ। ਲਓ ਜੀ ਬਾਜ਼ਾਰ 'ਚ ਸ਼ੋਪਿੰਗ ਕਰਕੇ ਉਸ ਤੋਂ ਬਾਅਦ 'ਚ ਕੋਈ ਫੇਰ ਹੁਣ ਜਾਣ ਦਾ ਟਾਈਮ ਆ, ਬਸ ਇਸ ਕੇ ਚਲੇ ਇੱਕ ਵਾਰੀ ਫੇਰ ਮੱਥਾ ਟੇਕ ਕੇ ਤੇ ਫਿਰ ਚੱਲਦੇ ਆ ਇੱਥੋਂ। ਤੇ ਬਹੁਤ ਜ਼ਿਆਦਾ ਜਿਹੜਾ ਆਹ ਪੱਥਰ ਆ ਗਰਮ ਆ, ਤੇ ਇਸ ਕਰਕੇ ਕਾਲੀ ਤੁਰੇ ਜਾ ਰਹੇ ਆ। ਜਲਦੀ ਅੰਦਰ ਜਾ ਕੇ ਮੱਥਾ ਟੇਕੀਏ ਤੇ ਫਿਰ 10 ਮਿੰਟ ਉੱਥੇ ਬੈਠਾਂਗੇ ਤੇ ਫਿਰ ਅਸੀਂ ਕਰਾਂਗੇ ਰਵਾਨਗੀ ਇੱਥੋਂ। ਟਾਈਮ ਹੋ ਚੁੱਕਿਆ ਜੀ 2:35। ਸਤਿ ਸ਼੍ਰੀ ਅਕਾਲ। ਲਓ ਜੀ ਪਹਿਲਾਂ ਮੱਥਾ ਟੇਕ ਕੇ ਫਿਰ ਲੰਗਰ ਛਕ ਕੇ ਤੇ ਫਿਰ ਉਸ ਤੋਂ ਬਾਅਦ ਬਾਜ਼ਾਰ 'ਚ ਥੋੜ੍ਹੀ ਸ਼ੋਪਿੰਗ ਕਰਕੇ ਫਿਰ ਦੂਰੀ ਵਾਰ ਆ ਕੇ ਅਸੀਂ ਇੱਕ ਵਾਰੀ ਫਿਰ ਮੱਥਾ ਟੇਕਿਆ ਤੇ ਸਰੋਵਰ ਸਾਹਿਬ ਵੀ ਜਾ ਕੇ ਅਸੀਂ ਦਰਸ਼ਨ ਕਰ ਆਏ ਹਾਂ। ਤੇ ਹੁਣ ਤਕਰੀਬਨ ਰਵਾਨਗੀ ਦਾ ਸਮਾਂ ਹੋ ਚੁੱਕਿਆ। ਤੇ ਮੈਂ ਪੁੱਛਣਾ ਚਾਹੂੰਗਾ ਵੀ ਤੁਹਾਡਾ ਐਕਸਪੀਰੀਅੰਸ ਕਿਵੇਂ ਸੀਗਾ, ਤੁਹਾਨੂੰ ਕਿਵੇਂ ਲੱਗਿਆ ਇੱਥੇ ਆ ਕੇ ਸਾਰਾ ਕੁਝ? ਬਸ ਇੱਕ ਵਰਡ ਹੀ ਬੋਲੂੰਗਾ, ਬਾ ਕਮਾਲ। ਹਾਂ ਬਾ ਕਮਾਲ, ਇਸ ਤੋਂ ਵੱਡਾ ਕੋਈ ਮੈਨੂੰ ਲੱਗਦਾ ਸ਼ਬਦ ਵੀ ਹੈ ਨਹੀਂ। ਤੇ ਇਹ ਨਾ ਭੁੱਲਣ ਵਾਲਾ ਦਿਨ ਇੱਕ ਹਿਸਾਬ ਦਾ ਸਾਡੇ ਲਈ ਹੋ ਜਾਊਗਾ ਵੀ। ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਪਾਂ ਆਉਂਦੇ ਰਹਾਂਗੇ। ਹਾਂ ਤੇ ਬਹੁਤ ਯਾਨੀ ਕਿ ਸਕੂਨ ਮਿਲਦਾ। ਸਾਰਿਆਂ ਨੂੰ ਇਹੀ ਸਲਾਹ ਵਾ ਵੀ ਜ਼ਰੂਰ ਆਓ ਫੈਮਿਲੀ ਨੂੰ ਨਾਲ ਲੈ ਕੇ। ਹਾਂ ਇੱਕ ਵਾਰੀ ਤੁਸੀਂ ਐਕਸਪੀਰੀਅੰਸ ਕਰੋ, ਇੱਕ ਵਾਰੀ ਚੀਜ਼ ਇੱਥੇ ਆਓ, ਬਾਬੇ ਦੇ ਮੱਥਾ ਟੇਕੋ, ਕਿੰਨੀ ਰਹਾਨੀਤ ਮਿਲਦੀ। ਇੱਥੇ ਦੇ ਲੋਕਾਂ ਦਾ ਪਿਆਰ ਸਾਰਿਆਂ ਨਾਲੋਂ ਮੇਨ ਚੀਜ਼ ਯਾਰ, ਮੈਂ ਕਹਿੰਦਾ ਸਾਰਿਆਂ ਨਾਲੋਂ ਪਹਿਲੀ ਨੰਬਰ ਵਾਲੀ ਚੀਜ਼ ਇੱਥੋਂ ਦੇ ਲੋਕਾਂ ਦਾ ਪਿਆਰ। ਜਦੋਂ ਉਹ ਤੁਹਾਨੂੰ ਦੇਖਣਗੇ, ਤੁਹਾਨੂੰ ਬੁਲਾਉਣਗੇ, ਕਿਵੇਂ ਉੱਡ ਕੇ ਮਿਲਣਗੇ ਤੁਹਾਨੂੰ, ਵੀ ਇੱਦਾਂ ਲੱਗਦਾ ਜਿਵੇਂ ਬਹੁਤ ਬੰਦਾ ਵਿਛੜਿਆ ਟਾਈਮ ਹੁੰਦਾ ਨਾ, ਐਂ ਮਿਲਦੇ ਆ। ਤੇ ਉਹਨਾਂ ਤੁਹਾਨੂੰ ਮਤਲਬ ਆਪਾਂ ਆਪਦੇ ਰਿਲੇਟਿਵਸ ਨੂੰ ਮਿਲਦੇ ਆ, ਰਿਸ਼ਤੇਦਾਰਾਂ ਨੂੰ ਮਿਲਦੇ ਆ, ਭੈਣ ਭਰਾਵਾਂ ਨੂੰ ਮਿਲਦੇ ਆ, ਉਹਨਾਂ ਮਤਲਬ ਆਪਾਂ ਕਹਿ ਸਕੀਏ ਵੀ ਗੱਲ ਵਕੜੀ ਪਾ ਕੇ ਉਹਨਾਂ ਨੂੰ ਮਿਲਦੇ ਜਿੰਨਾ ਇਹ ਪਰਸਨ ਆਪਾਂ ਨੂੰ ਪਿਆਰ ਕਰਦੇ ਆ। ਸੋ ਮੈਨੂੰ ਲੱਗਦਾ ਕਿ ਉਹ ਗੁਰੂ ਸਾਹਿਬ ਦੀ ਬਖਸ਼ੀ ਹੋਈ ਜਿਹੜੀ ਆਪਾਂ ਨੂੰ ਦਸਤਾਰ ਕਹਿ ਲਓ ਜਾਂ ਆਪਣਾ ਕਿਰਦਾਰ ਕਹਿ ਲਓ, ਉਹਨੂੰ ਪਿਆਰ ਕਰਦੇ ਆ। ਸੋ ਕੋਸ਼ਿਸ਼ ਕਰਾਂਗੇ ਵੀ ਆਪਾਂ ਆਪਣਾ ਜਿਹੜਾ ਚਰਿੱਤਰ ਜਾਂ ਕਰੈਕਟਰ ਹੈਗਾ ਇਸ ਤਰੀਕੇ ਬਣਾਈ ਰੱਖੀਏ। ਤੇ ਬਾਕੀ ਬਾਤ ਤੇ ਸਾਰਿਆਂ ਨੂੰ ਇਹੀ ਐਡਵਾਈਸ ਹੈ ਵੀ ਜਿੰਨਾ ਉਹ ਪਿਆਰ ਉਹ ਤੁਹਾਨੂੰ ਕਰਦੇ ਆ, ਤੁਸੀਂ ਵੀ ਉਹਨਾਂ ਪ੍ਰਤੀ ਆਦੀ ਇਮੇਜ ਚੇਂਜ ਕਰੋ। ਉਹ ਆਪਣੀ ਆ ਜਸਟ ਯਾਨੀ ਕਿ ਜਿਵੇਂ ਉਹ ਕਿੰਨਾ ਟਰੀਟ ਕਰਦੇ ਨਾ, ਤੁਸੀਂ ਆ ਕੇ ਫੀਲ ਕਰੋ ਆਪ। ਮੇਨ ਰੌਲਾ ਪਤਾ ਕੀ ਹੈ, ਇਹ ਯਾਰ ਗਾਂ ਪੋਲੀਟੀਕਲ ਜਿਹੜੇ ਪਰਸਨ ਹੈਗੇ ਨੇ ਨਾ, ਉਹਨਾਂ ਦੇ ਲੈਵਲ 'ਤੇ ਜੋ ਚਲੋ ਸਿਕਿਉਰਿਟੀ ਪਰਪਸ ਕਹਿ ਲਾ ਜਾਂ ਕੁਛ ਕਹਿ ਲਾ, ਆਪਾਂ ਉਹਦੇ 'ਚ ਹਸਤਖੇਪ ਨਹੀਂ ਕਰਦੇ ਹੈਗੇ, ਪਰ ਐਜ਼ ਅ ਸਿਟੀਜ਼ਨ ਉਹ ਸਿਟੀਜ਼ਨ ਵੀ ਚੰਗੇ, ਆਪਾਂ ਵੀ ਚੰਗੇ ਹਾਂ। ਬਾਕੀ ਆਪਾਂ ਤੁਸੀਂ ਆਓਗੇ ਨਾ, ਤੁਹਾਨੂੰ ਆਪੇ ਫੀਲ ਹੋਊਗੀ ਚੀਜ਼। ਤੁਸੀਂ ਆ ਕੇ ਇੱਥੇ ਮਿਲੋ ਇਹਨਾਂ ਨੂੰ, ਤੁਹਾਨੂੰ ਦੇਖੋ ਕਿਵੇਂ ਮਿਲਦੇ ਤੁਹਾਨੂੰ ਇਹ ਲੋਕ, ਕਿੰਨਾ ਤੁਹਾਡੇ ਆਓ ਭਗਤ ਕਰਦੇ, ਕਿੰਨਾ ਬੜਾ ਮਾਣ ਫੀਲ ਕਰਦੇ ਆ ਵੀ ਤੁਸੀਂ ਆਏ ਸਾਡੇ ਕੋਲੇ ਜੀ। ਇੱਦਾਂ ਦਾ ਬੜਾ ਵਧੀਆ ਮਿਲਦੇ ਆ, ਯਾਨੀ ਕਿ ਟੋਟਲ ਬਹੁਤ ਯਾਰ ਵਧੀਆ ਚੀਜ਼ ਸੀ। ਅਲਟੀਮੇਟਲੀ ਆਪਣਾ ਜਿਹੜਾ ਆਪਣੇ ਪਿੰਡ ਦਾ ਬਜ਼ੁਰਗ ਮਿਲਿਆ ਨਾ, ਹਾਂ ਉਹਦੇ ਨਾਲ ਜਿਹੜੇ ਆਪਾਂ ਗੁਫ਼ਤਗੂ ਕੀਤੀ ਹੈ, ਜਾਂ ਸਾਡੇ ਪਿੰਡ ਦਾ ਇੱਥੇ ਇੱਕ ਬਜ਼ੁਰਗ ਸੀਗਾ ਜਿਹੜਾ ਇੱਥੇ ਪਾਕਿਸਤਾਨ ਰਹਿ ਰਿਹਾ, ਤੇ ਉਹ ਸਾਡੇ ਪਿੰਡੋਂ ਗਿਆ ਸੀਗਾ 1947 'ਚ, ਤੇ ਉਹਨਾਂ ਨੇ ਗੱਲਾਂ ਦੱਸੀਆਂ, ਉਹਨਾਂ ਨੂੰ ਅਸੀਂ ਮਿਲੇ ਆ। ਬਹੁਤ ਯਾਨੀ ਕਿ ਬਹੁਤ ਡਿਫਰੈਂਟ ਐਕਸਪੀਰੀਅੰਸ ਸੀਗਾ ਤੇ ਬਹੁਤ ਜ਼ਿਆਦਾ ਸਕੂਨ ਵਾਲੀ ਚੀਜ਼ ਸੀਗੀ। ਤੇ ਤੁਹਾਨੂੰ ਸਾਰਿਆਂ ਨੂੰ ਇਹੀ ਆ ਵੀ ਤੁਸੀਂ ਆਓ ਇੱਕ ਵਾਰੀ ਜ਼ਰੂਰ। ਥੈਂਕ ਯੂ। ਓਕੇ ਲਓ ਜੀ 3:36 ਤੇ ਅਸੀਂ ਇੱਥੋਂ ਮਤਲਬ ਕਿ ਰਵਾਨਗੀ ਕਰਨ ਜਾ ਰਹੇ ਹਾਂ। ਤੇ ਕੱਬੀ ਨਹੀਂ ਬਾਊ, ਪੱਗ ਮੇਰੀ ਥੋੜੀ ਢਿੱਲੀ ਹੋ ਗਈ ਹੈ, ਮਜ਼ਾਕ ਥੋੜਾ ਜਿਹਾ ਕਰ ਰਹੇ ਇਹ ਜੀ ਸਾਹਿਬ। ਭਾਈ ਦੇਖਿਓ ਬਿਜਲੀ ਮਹਿਕਮੇ ਵਾਲਾ ਜੀ ਲੱਗਦਾ ਕਿ ਨਹੀਂ ਲੱਗਦਾ? ਮੀਟਰ ਨਹੀਂ ਬਾਊ, ਇਹੋ ਜਿਹੀ ਗੱਲ ਨਹੀਂ ਕਰਨੀ ਬਾਊ, ਮੀਟਰ ਬਾਹਰ ਲਵਾ ਦੇਣੇ ਫਿਰ ਮੈਂ। ਠੀਕ ਆ ਜੀ 3:36 ਤੇ ਹੁਣ ਅਸੀਂ ਵਾਪਸ ਆਪਣੀ ਬੱਸ 'ਚ ਆ ਗਏ ਹਾਂ। ਇਹ ਬੱਸ ਸਾਨੂੰ ਲੈ ਕੇ ਜਾਊਗੀ ਉੱਥੇ ਹੀ ਬਾਰਡਰ ਤੇ, ਉਹ ਤੋਂ ਫਿਰ ਸਾਡੇ ਕਾਗਜ਼ੀ ਕਾਰਵਾਈ ਹੋਊਗੀ, ਉੱਥੇ ਫਿਰ ਸਾਨੂੰ ਬਾਹਰ ਕਰ ਦੇਣਗੇ। ਸਮਝ ਗਏ? ਚਲੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ
ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ। ਨਾਲ ਹੀ ਨਾ ਆਪਣਾ ਹਾਂ ਨੰਬਰ ਚਾਬੀ ਰੱਖ ਲਈ ਨਾ ਗੱਡੀ ਦੀ। ਉਹ ਜੀ ਉੱਥੋਂ ਇਮੀਗ੍ਰੇਸ਼ਨ ਸੈਂਟਰ ਤੋਂ ਆਦੀ ਵੈਰੀਫਿਕੇਸ਼ਨ ਦੀ ਕਰਾ ਕੇ ਬਾਹਰ ਆ ਕੇ ਜੇ ਤੁਹਾਡੇ ਕੋਲ ਕਰੰਸੀ ਵਧੀ ਘਟੀ ਆ ਤੁਸੀਂ ਵਾਪਸ ਉਹਨੂੰ ਫਿਰ ਅਦਰ ਰੁਪਈਆਂ 'ਚ ਚੇਂਜ ਕਰਵਾ ਸਕਦੇ ਹੋ ਇੱਥੋਂ ਜਾਣ ਲੱਗੇ। ਤੇ ਫਿਰ ਉਹ ਜਿਹੜੀ ਭੁੰਡੀ ਆ ਕੈਬ ਖੜੀ ਆ ਤੁਸੀਂ ਉਹਦੇ 'ਚ ਬੈਠ ਕੇ ਉਹ ਤੁਹਾਨੂੰ ਵਾਪਸ ਜਿਹੜੀ ਜ਼ੀਰੋ ਲਾਈਨ ਹੁੰਦੀ ਬਾਰਡਰ ਵਾਲੀ ਉਹ ਤੁਹਾਨੂੰ ਉੱਥੇ ਛੱਡ ਦੇਣਗੇ। ਹਾਂਜੀ ਉੱਥੋਂ ਤੁਸੀਂ ਫਿਰ ਬਾਹਰ ਆਪਦੀ ਕੰਟਰੀ 'ਚ ਐਂਟਰ ਕਰੋਗੇ। ਲਓ ਜੀ ਭੁੰਡੀ ਦੇ ਪਿੱਛੇ ਬਹਿ ਗਏ। ਇਹ ਭੁੰਡੀ ਸਾਨੂੰ ਇੱਥੋਂ ਇਮੀਗ੍ਰੇਸ਼ਨ ਤੋਂ ਲੈ ਕੇ ਜਿਹੜੀ ਜ਼ੀਰੋ ਲਾਈਨ ਆ ਬਾਰਡਰ ਲਾਈਨ ਆ ਉਹ ਤੱਕ ਲੈ ਕੇ ਜਾਊਗੀ। ਤੇ ਬਾਏ ਬਾਏ ਪਾਕਿਸਤਾਨ, ਬਾਏ ਬਾਏ। ਫਿਰ ਆਵਾਂਗੇ ਜੇ ਰੱਬ ਚਾਹੂਗਾ ਤਾਂ। ਹੁਣ ਵੀ ਰੱਬ ਨੇ ਬੁਲਾਇਆ ਸੀ, ਬਾਬੇ ਨਾਨਕ ਨੇ ਬੁਲਾਇਆ ਸੀਗਾ ਤੇ ਸਾਡਾ ਬਣ ਗਿਆ ਸਬੱਬ। ਕੋਈ ਨਹੀਂ ਫਿਰ ਆਵਾਂਗੇ, ਹੈ ਕਿ ਨਹੀਂ ਹੈ? ਹਾਂਜੀ ਬਾਕੀ ਬਹੁਤ ਅੱਛਾ ਐਕਸਪੀਰੀਅੰਸ ਸੀਗਾ। ਇਹ ਦੇਖੋ ਜੀ ਜਿਹੜੀ ਤੁਹਾਨੂੰ ਮੈਂ ਦੱਸਿਆ ਸੀਗਾ ਬਾਉਂਡਰੀ ਲਾਈਨ ਸਾਰੇ ਆਸ-ਪਾਸੇ ਲਾਈਏ ਤਾਂ ਕਿ ਜਿਹੜੇ ਇਹਨਾਂ ਨੂੰ ਸਿਰਫ ਗੁਰਦੁਆਰੇ ਆਉਣ ਲਈ ਮਤਲਬ ਕਿ ਪਰਮਿਸ਼ਨ ਮਿਲੀ ਆ ਉਹ ਸਿਰਫ ਇੱਥੇ ਹੀ ਰਹਿਣ, ਕਿਤੇ ਹੋਰ ਆਸੇ-ਪਾਸੇ ਨਾ ਜਾ ਸਕਣ। ਜੇ ਤੁਸੀਂ ਹੋਰ ਆਸੇ-ਪਾਸੇ ਜਾਣਾ ਫਿਰ ਤੁਸੀਂ ਸਪੈਸ਼ਲ ਕੰਟਰੀ ਤੋਂ ਵੀਜ਼ਾ ਲਗਵਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਇਹ ਬਾਉਂਡਰੀ ਲਾਈਨ ਲੱਗੀ ਆ ਵੀ ਤੁਸੀਂ ਸਿਰਫ ਗੁਰਦੁਆਰੇ ਜਾਓ ਅਤੇ ਉੱਥੋਂ ਵਾਪਸ ਆ ਜਾਓ। ਆਪਣੇ 4 ਵਜੇ ਤੱਕ ਦਾ ਸਮਾਂ ਹੁੰਦਾ, ਸ਼ਾਮ ਨੂੰ 4 ਵਜੇ ਤੁਸੀਂ ਉੱਥੋਂ ਐਗਜ਼ਿਟ ਕਰਨਾ ਹੁੰਦਾ, ਆਪਣੀ ਇੰਡੀਆ 'ਚ ਵਾਪਸ ਤੁਸੀਂ ਆਉਣਾ ਹੁੰਦਾ ਸ਼ਾਮ ਦੇ 4 ਵਜੇ ਤੱਕ। ਵੈਲਕਮ ਟੂ ਪਾਕਿਸਤਾਨ ਲਿਖਿਆ ਸੀਗਾ। ਓਕੇ ਹਾਂ ਬਾਇਓਮੈਟ੍ਰਿਕ ਹੁੰਦੀ ਆ ਪੂਰਾ, ਮਤਲਬ ਕਿ ਕਰਦੇ ਆ ਵੀ ਹਾਂ ਜੀ ਆਹ ਬੰਦਾ ਸਾਡੇ ਐਂਟਰ ਹੋ ਗਿਆ, ਫੋਟੋ ਵਗੈਰਾ ਕਰਦੇ ਆ ਪੂਰੀ, ਮਤਲਬ ਕਿ 1 ਨੰਬਰ ਕੰਮ ਆ। ਰਸੀਦ ਕੱਟ ਕੇ ਦਿੰਦੇ ਆ। ਹਾਂ ਧੰਨਵਾਦ। ਵਾਪਸ ਇੰਡੀਆ 'ਚ ਐਂਟਰ ਹੋਣ ਲੱਗੇ ਆ। ਆਹ ਵਾਲਾ ਗੇਟ ਆ ਇਹ ਪਾਕਿਸਤਾਨ ਗੇਟ, ਇੰਡੀਅਨ ਗੇਟ। ਆਹ ਸੈਂਟਰ ਏਰੀਆ ਜਿਹੜਾ ਇਹ ਸਾਂਝਾ ਵਿਲਾ। ਆਹ ਦੇਖੋ ਬਾਰਡਰ ਲਾਈਨ, ਦੇਖੋ ਇਹ ਬਾਰਡਰ ਲਾਈਨ ਇੱਧਰ ਇੰਡੀਆ ਪਾਕਿਸਤਾਨ ਤੇ ਇੱਧਰਲੇ ਪਾਸੇ ਇੰਡੀਆ। ਆਹ ਤੁਹਾਡਾ ਬਾਈ ਹੁਣ ਪਾਕਿਸਤਾਨ 'ਚ ਸੀ, ਆਹ ਹੁਣ ਇੰਡੀਆ। ਮੂੰਹ ਦਿਖਾਓ ਮੇਰਾ, ਇੰਡੀਆ ਆ ਗਈ। ਆਹ ਅੱਗੋਂ ਇੰਡੀਆ ਦੀ ਭੁੰਡੀ ਉਵੇਂ ਤਿਆਰ ਖੜੀ ਹੈ ਸੰਗਤ ਨੂੰ ਲਿਆਉਣ ਵਾਸਤੇ। ਇਹ ਹੁਣ ਇਮੀਗ੍ਰੇਸ਼ਨ ਦਾ ਦਫ਼ਤਰ ਜਿਹੜਾ ਬਾਰਡਰ ਦਫ਼ਤਰ ਉੱਥੇ ਲੈ ਕੇ ਜਾਊਗੀ। ਲਓ ਜੀ ਆਦੀ ਕੰਟਰੀ ਦੇ ਅਸੀਂ ਉਸੇ ਏਰੀਏ 'ਤੇ ਪਹੁੰਚ ਚੁੱਕੇ ਜਿੱਥੇ ਅਸੀਂ ਸ਼ੁਰੂਆਤ ਕੀਤੀ ਸੀ। ਮਤਲਬ ਕਿ ਆਦੇ ਅਸੀਂ ਬੱਸ ਗੱਡੀ ਵਾਲੇ 'ਤੇ ਆ ਚੁੱਕੇ ਹਾਂ। ਉਹ ਹੋਤਾ ਰਹਿਤਾ ਹੈ ਜੀ। ਟਰਮੀਨਲ ਤੋਂ ਨਿਕਲ ਕੇ ਵਾਪਸ ਅਸੀਂ ਗੱਡੀ ਪਾਰਕਿੰਗ ਕੋਲੇ ਗੱਡੀ 'ਚ ਬੈਠਾਂਗੇ ਤੇ ਸਿੱਧਾ ਪਿੰਡ ਵਾਲਾ ਗੇਅਰ ਪਾਵਾਂਗੇ ਤੇ ਕੁਲਫੀ ਗਰਮ ਗਰਮ ਅਮੂਲ ਰੈੱਡ ਮਿਲਕ रियल आइसक्रीम जिंदगी चिंगा लाला स्कूल का डाला के घर कब आओगी तुम बिन ये दिल पता नहीं सुना है फौजी साहब 5:20 ਤੇ ਰਸਤੇ ਵਿੱਚ ਗੋਲਗੱਪੇ ਅਰਸ਼ਦੀਪ ਸਿੰਘ ਨਾਗੀ ਜੀ, ਸੁਖਮਨਦੀਪ ਸਿੰਘ ਜੀ ਲਾਹੌਰ, ਜਸਕਮਲ ਸਿੰਘ ਜੀ ਗਿੱਲ ਬੋਲਦਾ ਹੈ ਤੇ ਮਨਿੰਦਰਦੀਪ ਸਿੰਘ ਰਵੀ ਪੂਨੀਆ। ਇੰਜੋਇੰਗ ਗੋਲਗੱਪੇ ਪਿੰਡ ਮਲਦੀਪੁਰ ਹਾਲੇ ਨੂੰ ਇੱਕ ਰਹਿ ਗਿਆ ਮੈਂ ਵੀਰੇ। ਗੋਲਗੱਪੇ ਬਹੁਤ ਸਵਾਦ ਸੀਗੇ। ਇਹ ਤੁਸੀਂ ਰੋਡ ਤੇ ਖੜਾ ਹੁੰਦਾ ਵੀਰਾਂ ਚੋਂ ਕਦੇ ਵਾਰੀ ਤੁਸੀਂ ਇੱਥੋਂ ਲੰਘੋ ਛਕ ਸਕਦੇ ਆ। ਜੈ ਮਾਂ ਰਤਨਗੜ੍ਹ ਵਾਲੀ ਗੋਲਗੱਪੇ ਚਾਟ ਪਾਪੜੀ ਦੀ। ਮੈਂ ਕਿਹਾ ਸ਼ਾਇਦ ਨਾਮ ਲਿਖਿਆ ਹੋਊਗਾ ਬਾਈ ਦਾ। ਵੈਰੀ ਥੈਂਕ ਯੂ ਵੈਰੀ ਮਚ। 7:45 ਓਏ ਹੋਏ ਹੋਏ ਕਿੱਡਾ ਸੋਹਣਾ ਮੁੰਡਾ। ਧਰਮਕੋਟ ਦੀ ਧਰਤੀ ਤੇ ਪਹੁੰਚ ਚੁੱਕੇ ਆ। ਹਾਂ ਇੱਥੋਂ ਆਪਣਾ ਪਿੰਡ ਵੈਸੇ 9 ਕਿਲੋਮੀਟਰ ਹੀ ਰਹਿ ਗਿਆ, 10 ਕਿਲੋਮੀਟਰ ਵੱਧ ਤੋਂ ਵੱਧ। ਤੇ ਪਰ ਭੁੱਖ ਜੀ ਬਾਹਲੀ ਲੱਗ ਗਈ ਸੀਗੀ ਤੇ ਕਹਿੰਦੇ ਖੜ ਕੇ ਚਲੋ ਯਾਰ ਕੁਛ ਖਾ ਲੈਂਦੇ ਆ। ਤੇ ਧਰਮਕੋਟ ਦੀ ਧਰਤੀ ਤੇ ਰੌਣਕਾਂ ਲੱਗਣਗੀਆਂ, ਲੱਗ ਚੁੱਕੀਆਂ। ਵੈਸੇ ਤਾਂ ਅਸੀਂ ਆ ਗਏ, ਰੌਣਕਾਂ ਲੱਗ ਚੁੱਕੀਆਂ। ਉਹਦਾ ਸੀਕ੍ਰੇਟ ਆ।
ਲੋ ਜੀ 8:31 ਤੇ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਪਿੰਡ ਕਿਸ਼ਨਪੁਰਾ ਕਲਾਂ, ਜਿੱਥੋਂ ਅਸੀਂ ਸਟਾਰਟ ਕੀਤਾ ਸੀਗਾ ਦਾ ਸਫ਼ਰ। ਤੇ ਮੇਰੇ ਨਾਲ ਹਰਸ਼ਦੀਪ ਸਿੰਘ ਜਿਹੜਾ ਨਾਗੀ ਜੀ, ਇਹ ਆ ਜਸਕਮਲ ਸਿੰਘ ਗਿੱਲ ਆ। ਅਸੀਂ ਸੁਬਾਹ ਸ਼ੁਰੂ ਕੀਤਾ ਸੀ ਸਫ਼ਰ ਤੇ ਇਸ ਵੇਲੇ ਪਹੁੰਚ ਚੁੱਕੇ ਹਾਂ। ਤੁਹਾਨੂੰ ਸਾਰਾ ਦਿਖਾਤਾ ਵਾ, ਓਕੇ ਰਿਪੋਰਟ ਹੋ ਗਈ ਆ, ਡਨ ਆ। ਤੇ ਪਤਾ ਨਹੀਂ ਕਿੰਨੇ ਕੁ ਮਿੰਟ ਦਾ ਬਣ ਗਿਆ ਹੋਊਗਾ ਵਲੌਗ। ਤੇ ਸਾਰਾ ਦੇਖਣ ਲਈ ਧੰਨਵਾਦ। ਤੇ ਕੋਈ ਨਹੀਂ, ਗਾਂ ਵੀ ਹੋਰ ਵੀ ਦਿਖਾਉਂਦੇ ਰਹਾਂਗੇ। ਤੇ ਐਟ ਦਾ ਐਂਡ ਤੁਹਾਨੂੰ ਇਹੀ ਕਹਾਂਗੇ ਬਈ ਤੁਸੀਂ ਸਾਰੇ ਇੱਕ ਵਾਰੀ ਜਿਨ੍ਹਾਂ ਦੇ ਪਾਸਪੋਰਟ ਬਣੇ ਆ ਜ਼ਰੂਰ ਇੱਕ ਵਾਰੀ ਇੱਥੇ ਜਾ ਕੇ ਆਓ। ਤੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਉਹ ਪਾਸਪੋਰਟ ਬਣਵਾ ਕੇ ਇੱਕ ਵਾਰੀ ਜਾ ਕੇ ਆਓ, ਵੀ ਰਹਾਨੀਅਤ ਮਿਲੂਗੀ ਤੁਹਾਨੂੰ। ਇਹ ਮੈਂ ਤੁਹਾਨੂੰ ਪੱਕਾ ਦਾਅਵੇ ਨਾਲ ਕਹਿ ਦਿੰਦਾ ਵੀ ਰਹਾਨੀਅਤ ਤੁਹਾਨੂੰ ਜ਼ਰੂਰ ਮਿਲੂਗੀ, ਠੀਕ ਹੈ। ਉੱਥੇ ਜਾਓਗੇ ਤਾਂ। ਤੇ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਇਹ ਦਿਨ 3 ਅਪ੍ਰੈਲ 2022 ਇਹ ਮਤਲਬ ਕਿ ਨਾ ਭੁੱਲਣ ਵਾਲਾ ਦਿਨ ਬਣ ਚੁੱਕਿਆ। ਤੇ ਬੈਸਟ ਡੇ ਆ, ਬੈਸਟ ਮੂਮੈਂਟ ਸੀਗੀ। ਤੇ ਸਾਰਾ ਕੁਝ ਫਾਈਨ ਆ, ਓਕੇ ਆ। ਬਾਏ ਬਾਏ, ਲਵ ਯੂ ਆਲ। I love it when you call me señorita. I wish I could pretend I didn't need you.